सतनाम श्री वाहेगुरु साहब जी। माटी एक अनेक बात करे, माटी एक अनेक बात करे, साजी साजन हारे। कच पोच क्या कच पोच, क्या कच पोच माटी के पांडे, क्या कच पोच कमारे। आनंद गुणी निदान गुरु गरीब नवाज जियो, जपना जी सतनाम श्री वाहेगुरु साहब जी। रहना है आजाद सदा, रहना है आजाद सदा, डर नानक से कोलों। हाँ रहना है आजाद सदा, रहना है आजाद सदा, डर नानक से कोलों। रहना है आजाद सदा, रहना है आजाद सदा, डर नानक से कोलों। हाँ रहना है आजाद सदा, रहना है आजाद सदा, डर नानक से कोलों। संगल गुलामी वाला तोड़िया शहीदां ने, संगल गुलामी वाला तोड़िया शहीदां ने। खोपर तार दिते, खोपर तार दिते, खोपर तार दिते, देगा बिच काढ़ दिते। हाँ खोपर ही उतार दिते, खोपर ही उतार दिते, चरखी हाथ झाड़ दिते। खोपर तार दिते, खोपर तार दिते, खोपर तार दिते, देगा बिच काढ़ दिते। हाँ खोपर ही उतार दिते, खोपर ही उतार दिते, देगा बिच झाड़ दिते।
ਤਾਈਓ ਬੇੜਾ ਜ਼ਾਲਮਾਂ ਦਾ, ਤਾਈਓ ਬੇੜਾ ਜ਼ਾਲਮਾਂ ਦਾ ਰੋੜਿਆ ਸ਼ਹੀਦਾਂ ਨੇ, ਤਾਈਓ ਬੇੜਾ ਜ਼ਾਲਮਾਂ ਦਾ ਰੋੜਿਆ ਸ਼ਹੀਦਾਂ ਨੇ। बंद बंद नाजुक जी, बंद बंद नाजुक जी, देश उत्तों वार दिता। हो बंद बंद नाजुक जी, बंद बंद नाजुक जी, देश उत्तों हार दिता। हो बंद बंद नाजुक जी, हो बंद बंद नाजुक जी, बंद बंद नाजुक जी, बंद बंद नाजुक जी, देश उत्तों वार दिता। हाँ बंद बंद नाजुक जी, बंद बंद नाजुक जी, देश उत्तों हार दिता। भला सरबत वाला, भला सरबत वाला लड़िया शहीदां ने, भला सरबत वाला लड़िया शहीदां ने। दिल्ली ते लाहौर बिच, दिल्ली ते लाहौर बिच, फिर चमकौर बिच। हाँ दिल्ली ते लाहौर बिच, दिल्ली ते लाहौर बिच, फिर चमकौर बिच। दिल्ली ते लाहौर बिच, दिल्ली ते लाहौर बिच, दिल्ली ते लाहौर बिच, फिर चमकौर बिच। हाँ दिल्ली ते लाहौर बिच, दिल्ली ते लाहौर बिच, फिर चमकौर बिच। सिद्धा नाता मौत नाल, सिद्धा नाता मौत नाल जोड़िया शहीदां ने, सिद्धा नाता मौत नाल जोड़िया शहीदां ने, सिद्धा नाता मौत नाल जोड़िया शहीदां ने, शहीदां ने। कमाले करामात कायम करीम, रजा बख्श राजक रिहाकुन रहीम। अमा बख्श बख्शिंद ओ दस्तगीर, खता बख्श बख्शिंद ओ दिल पजीर। चवर शतर तख्त दे मालक, हाजरा हजूर, ज़ाहरा जहूर, सर्व कला भरपूर, जुगो जुग अटल, दसां पातशाहां दी आत्मक जोत, शब्द गुरपिता धन धन साहिब श्री गुरु ग्रंथ साहिब सच्चे पातशाह महाराज जी दे पाक पवित्र गोद अंदर शोभायमान गुरु रूप खालसा साध संगत जीओ, वड्डियां भागां वाले हा।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਵੈਸਾਖ ਦੇ ਵਿੱਚ ਹੋਇਆ। ਵੈਸਾਖ ਦਾ ਮਹੀਨਾ ਪੰਜਾਬ ਦੀ ਧਰਤੀ ਲਈ ਇਸ ਲਈ ਵੀ ਸਭ ਤੋਂ ਵੱਡਾ ਮਹੱਤਵਪੂਰਨ ਸੀ ਕਿਉਂਕਿ ਕਣਕਾਂ ਵੱਡੀਆਂ ਜਾਂਦੀਆਂ, ਖੇਤੀ ਇਹ ਸਮਾਂ ਹੁੰਦਾ ਸੀ। ਤੇ ਵਿਸਾਖ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਤੋਂ ਵੀ ਪਹਿਲਾਂ ਇਸ ਧਰਤੀ ਦੇ ਉੱਤੇ ਬੜੇ ਉਤਸ਼ਾਹ ਤੇ ਭਾਵ ਦੇ ਨਾਲ ਮਨਾਇਆ ਜਾਂਦਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੋਇਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੜੇ ਹਰਮਨ ਪਿਆਰੇ ਸਿੱਖ ਹੋਏ ਨੇ ਪਰਮਹੰਸ ਜੀ। ਉਹਨਾਂ ਨੇ ਵਿਸਾਖੀ ਦਾ ਮੇਲਾ, ਵਿਸਾਖੀ ਦਾ ਪੁਰਬ ਵੱਡੇ ਪੱਧਰ ਦੇ ਉੱਤੇ ਤੀਜੇ ਨਾਨਕ ਦੇ ਕਹਿਣ ਦੇ ਉੱਤੇ ਮਨਾਉਣਾ ਆਰੰਭ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਦਿਨ ਖਾਲਸਾ ਪੰਥ ਦੀ ਨੀਂਹ ਰੱਖਣੀ ਸੀ, ਖਾਲਸਾ ਸਜਾਉਣਾ ਸੀ, ਉਹਨਾਂ ਵੀ ਵਿਸਾਖੀ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵਾਲਾ ਦਿਨ ਚੁਣਿਆ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੀ ਕਿਰਪਾ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਤੇ ਜੋ ਅਪਾਰ ਕਿਰਪਾ ਕੀਤੀ ਹੈ, ਇੱਕ ਵਿਦਵਾਨ ਸੱਜਣ ਆਪਣੇ ਸ਼ਬਦਾਂ ਦੇ ਵਿੱਚ ਲਿਖਦਾ ਹੈ, ਕਹਿੰਦਾ ਸੋਢੀ ਵੰਸ਼ੀਆ ਸੱਚ ਦੇ ਸੂਰਜਾ ਵੇ, ਸੋਢੀ ਵੰਸ਼ੀਆ ਸੱਚ ਦੇ ਸੂਰਜਾ ਵੇ, ਦਿਲਾਂ ਵਿੱਚ ਤੂੰ ਨੂਰ ਖਿਲਾਰ ਦਿੱਤਾ, ਤੇਰੀ ਤੇਜ ਦੀ ਇੱਕੋ ਕਿਰਨ ਅੱਗੇ ਲੱਖਾਂ ਸੂਰਜਾਂ ਨੇ ਹੌਸਲਾ ਹਾਰ ਦਿੱਤਾ, ਤੇਰੀ ਕਲਗੀ ਦਾ ਬਿਜਲੀਆਂ ਭਰਨ ਪਾਣੀ ਉਹਨਾਂ ਚਮਕਣਾ ਉੱਕਾ ਹੀ ਵਿਸਾਰ ਦਿੱਤਾ, ਤੇਰੀ ਚਮਕ ਦੇ ਅੱਖਾਂ ਦੇ ਤਾਰਿਆਂ ਤੋਂ ਕਈਆਂ ਚੰਨਾਂ ਨੇ ਵਾਰ ਪਰਵਾਰ ਦਿੱਤਾ, ਤੇਰੇ ਦਿਲ ਨੇ ਸੱਤਾਂ ਸਮੁੰਦਰਾਂ ਨੂੰ ਵਾਂਗ ਸਾਹਾਂ ਦੇ ਦਿਲ ਉਧਾਰ ਦਿੱਤਾ, ਤੇਰੇ ਤੀਰ ਨੇ ਵੀਰ ਨੂੰ ਡੋਬ ਪਾਏ, ਤੇਰੀ ਤੇਗ ਨੇ ਲੋਥਾਂ ਨੂੰ ਤਾਰ ਦਿੱਤਾ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ, ਆਓ ਦੀਵਾਨ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਪਾਓ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਵਿੱਤ ਦੇ ਰੂਪ ਦੇ ਵਿੱਚ ਢਾਡੀ ਕਲਾ ਦੀ ਇੱਕ ਵੰਨਗੀ ਸ਼ਰਵਣ ਕਰ ਰਹੇ ਸੋ, ਉਹਦੇ ਬੋਲ ਚੱਲ ਰਹੇ ਸਨ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਐਸਾ ਪੰਥ ਸਜਾ ਦਿੱਤਾ, ਸੰਗਲ ਗੁਲਾਮੀ ਵਾਲਾ ਤੋੜਿਆ ਸ਼ਹੀਦਾਂ ਨੇ, ਸਾਨੂੰ ਸਦਾ ਰਹਿਣਾ ਹੈ ਆਜ਼ਾਦ, ਸਦਾ ਡਰਨਾ ਨਹੀਂ ਕਿਸੇ ਕੋਲੋਂ, ਸੰਗਲ ਗੁਲਾਮੀ ਵਾਲਾ ਤੋੜਿਆ ਸ਼ਹੀਦਾਂ ਨੇ, ਸਾਨੂੰ ਗੁਲਾਮ ਰੱਖਿਆ ਇਸ ਧਰਤੀ ਦੇ ਉੱਤੇ 11 ਸਦੀਆਂ ਤੱਕ, 1100 ਸਾਲਾਂ ਤੱਕ ਮੁਗਲ ਹਮਲਾਵਰਾਂ ਨੇ। ਤੇ ਦर्रा खैबर ਜਿਹੜਾ ਹਿਸਟਰੀ ਦਾ ਸਟੂਡੈਂਟ ਹੈ, ਜਿਹਨੇ ਇਤਿਹਾਸ ਪੜ੍ਹਿਆ, ਉਹ ਜਾਣਦਾ ਹੈ ਕਿ ਮੁਹੰਮਦ ਬਿਨ ਕਾਸਿਮ 6ਵੀਂ ਤੇ 7ਵੀਂ ਸਦੀ ਦੇ ਵਿੱਚ ਭਾਰਤ ਦੇ ਉੱਤੇ ਹਮਲਾਵਰ ਹੋ ਕੇ ਆਇਆ ਸੀ। ਫਿਰ ਮੁਹੰਮਦ ਬਿਨ ਗਜਨਵੀ ਆਇਆ, ਮੁਹੰਮਦ ਬਿਨ ਗੌਰੀ ਆਇਆ, ਬਾਬਰ ਆਇਆ, ਤੈਮੂਰ ਆਇਆ, ਅਬਦਾਲੀ, ਦੁਰਾਨੀ। 1100 ਸਾਲਾਂ ਤੱਕ दर्रा खैबर ਇੱਕ ਅਫਗਾਨਿਸਤਾਨ ਵੱਲੋਂ ਰਸਤਾ ਬਣਦਾ ਜਿਹੜਾ ਹਿੰਦੁਸਤਾਨ ਨੂੰ ਲੱਗਦਾ ਹੈ। ਤੇ ਜਿਹੜਾ ਇਤਿਹਾਸ ਦਾ ਪਾਠਕ ਹੈ ਉਹ ਸੋਚ ਕੇ ਹੈਰਾਨ ਰਹਿ ਜਾਂਦਾ ਹੈ, दर्रा खैबर एक 11 मीटर का थां है, 2 पहाड़ियां दे विचकारों निकल के आने वाली थां, जिथे 4 घोड़े 4 घोड़सवार इकट्ठे नहीं आ सकते, एक दे मगर दूजा, दूजे दे मगर एक वहीर घत के आउंदे ने। सिर्फ 11 मीटर का चौड़ा थां है जिथों मुगल हमलावर आंदे रहे, कदे पठान, कदे अफरीदी, कदे मुगल मुसलमान, ते 1100 साल तक हिंदुस्तान नूं रज के लुटिया। ਤੇ ਇੱਕ ਵਿਦਵਾਨ ਸੱਜਣ ਨੇ ਬੜੇ ਪਿਆਰੇ ਬੋਲ ਬੋਲੇ ਨੇ, ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅੰਮ੍ਰਿਤ ਦੀ ਸ਼ਕਤੀ ਸੀ। ਉਹ ਕਹਿੰਦਾ ਅੱਲਾਹੂ ਦੇ ਨਾਰੇ ਜਿੱਥੇ ਵੱਜਦੇ ਸੀ ਦਿਨੇ ਰਾਤੀ, ਅੱਲਾਹੂ ਦੇ ਨਾਰੇ ਜਿੱਥੇ ਵੱਜਦੇ ਸੀ ਦਿਨੇ ਰਾਤੀ, ਵਾਹਿਗੁਰੂ ਦੀ ਫਤਿਹ ਜਾ ਭਲਾਈ ਤੇਰੇ ਖਾਲਸੇ। ਭਾਜੜਾ ਪਵਾਈਆਂ ਜਿਹਨੇ ਕਾਬੁਲ ਕੰਧਾਰ ਤੱਕ, ਮਿੱਟੀ ਵਿੱਚ ਗਜ਼ਨੀ ਮਲਾਈ ਤੇਰੇ ਖਾਲਸੇ। ਉਹ ਗਜ਼ਨੀ ਜਿੱਥੇ 1100 ਸਦੀਆਂ 1100 ਸਾਲਾਂ ਤੱਕ ਮੁਹੰਮਦ ਬਿਨ ਕਾਸਿਮ, ਮੁਹੰਮਦ ਬਿਨ ਗੌਰੀ, ਮੁਹੰਮਦ ਬਿਨ ਗਜਨਵੀ ਸੋਮਨਾਥ ਦੇ ਮੰਦਰ ਲੁੱਟ ਕੇ ਲੈ ਜਾਂਦਾ ਹੈ, ਬਿੰਦਰਾਬਨ ਦੇ ਮੰਦਰ ਲੁੱਟ ਕੇ ਲੈ ਕੇ ਜਾਂਦਾ ਹੈ, ਬਨਾਰਸ ਦੀ ਧਰਤੀ ਨੂੰ ਉਜਾੜਦਾ ਹੈ। ਇੱਕ ਦਿਨ ਦੇ ਅੰਦਰ ਲੱਖ ਲੱਖ ਹਿੰਦੂ ਕਤਲ ਕਰਨਾ, ਤੇ ਫਿਰ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਦੇ ਵਿੱਚ ਵੇਚਣਾ। ਤੇ 1100 ਸਾਲਾਂ ਤੱਕ ਕੋਈ ਹਿੰਦੁਸਤਾਨ ਦੀ ਧਰਤੀ ਤੇ ਸੂਰਮਾ ਮਰਦ ਨਾ ਜੰਮਿਆ ਜਿਹੜਾ ਉਹਨਾਂ ਨੂੰ ਰੋਕ ਸਕਦਾ। ਤੇ ਜੇ ਕੋਈ ਨੇ ਰੋਕਿਆ ਤੇ ਉਹ ਕਹਿੰਦਾ ਅੱਲਾਹੂ ਦੇ ਨਾਰੇ ਜਿੱਥੇ ਵੱਜਦੇ ਸੀ ਦਿਨੇ ਰਾਤੀ, ਵਾਹਿਗੁਰੂ ਦੀ ਫਤਿਹ ਜਾ ਬੁਲਾਈ ਤੇਰੇ ਖਾਲਸੇ। ਖਾਲਸੇ ਨੇ ਜਾ ਕੇ ਫਤਿਹ ਬੁਲਾਈ ਤੇ ਭਾਜੜਾ ਪਵਾਤੀਆਂ ਕਾਬਲ ਤੇ ਕੰਧਾਰ ਦੀਆਂ। ਆਓ
ਧੰਨ ਗੁਰ ਕਲਗੀਧਰ ਪਿਤਾ ਮਹਾਰਾਜ ਜੀ ਦਾ ਅੰਮ੍ਰਿਤ ਪਾਨ ਕਰਕੇ ਗੁਜਰਾਵਾਲ ਦੀ ਧਰਤੀ ਦੇ ਉੱਤੇ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਰਹਿ ਗਿਆ ਇੱਕ ਸੂਰਮਾ ਮਰਦ ਅਗੰਮੜਾ ਪੁੱਤਰ ਪੈਦਾ ਹੋਇਆ। ਇਹਦੇ ਪਿਤਾ ਦਾ ਨਾਮ ਸੀ ਸਰਦਾਰ ਹਰਦਿਆਲ ਸਿੰਘ ਉਪਲ, ਮਾਤਾ ਦਾ ਨਾਮ ਸੀ ਧਰਮ ਕੌਰ ਤੇ ਇਹਦੇ ਦਾਦਾ ਜੀ ਦਾ ਨਾਮ ਸੀ ਹਰਦਾਸ। ਗੁਜਰਾਵਾਲ ਦੀ ਧਰਤੀ ਦੇ ਉੱਤੇ ਪੈਦਾ ਹੋਇਆ, ਜਿਸ ਨੂੰ ਅਸੀਂ ਇਤਿਹਾਸ ਦੇ ਵਰਕਿਆਂ ਦੇ ਉੱਤੇ ਕਹਿੰਦੇ ਆ ਸਰਦਾਰ ਹਰੀ ਸਿੰਘ ਨਲਵਾ। ਸਿੱਖ ਰਾਜ ਦੇ 4 ਥੰਮ ਮੰਨੇ ਗਏ ਨੇ, ਮਹਾਰਾਜਾ ਰਣਜੀਤ ਸਿੰਘ, ਸ਼ਾਮ ਸਿੰਘ ਅਟਾਰੀ ਵਾਲਾ, ਹਰੀ ਸਿੰਘ ਨਲਵਾ ਤੇ ਅਕਾਲੀ ਫੂਲਾ ਸਿੰਘ ਜੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ। ਉਹਨਾਂ ਵਿੱਚੋਂ ਹਰੀ ਸਿੰਘ ਨਲਵਾ 2004 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੱਕ ਵਰਲਡ ਪੱਧਰ ਤੇ ਨਿਕਲਣ ਵਾਲੀ ਮੈਗਜ਼ੀਨ ਫੋਰਬਸ ਬਿਲੀਅਨੀਅਰਸ ਨੇ ਆંકੜੇ ਇਕੱਠੇ ਕੀਤੇ, ਸਰਵੇ ਕਰਾਇਆ ਤੇ ਦੁਨੀਆ ਦੇ ਮਹਾਨ ਜਰਨੈਲਾਂ ਦੇ ਵਿੱਚੋਂ ਜੇ ਜਰਨੈਲ ਦਾ ਨਾਮ ਆਇਆ ਉਹਦਾ ਨਾਮ ਸੀ ਹਰੀ ਸਿੰਘ ਨਲਵਾ। ਗੁਰਮੁਖ ਪਿਆਰਿਓ, ਦर्रा खैबर जिथों 11 सदियां तक मुगल हमलावर आके हिंदुस्तान नूं लुटते रहे, इन्हें एक नहीं, दो नहीं, 3 नहीं, उत्थे किलियां दी लड़ी उसार दी। किला बालासर, किला मिचनी, किला बुरज हरी सिंह नलवा, किला फतेहगढ़ जिस नूं असीं हिंदुस्तान की तवारीख के पन्नियां दे उत्ते किला जमरौद कहने दा नाम किला फतेहगढ़ रखिया सी। गुरमुख प्यारिओ, वो दर्रा खैबर जिथों 1100 सदियां तक मुगल हमलावर आंदे रहे, उस धरती के उत्ते फतेहगढ़ का किला उसार देना मुगल हमलावरां दे हिक दे उत्ते दीवा बालण दे न्याई सी कि हुण अज तो बाद इस किले नूं कोई जित नहीं सकता, है फतेह का किला है, फतेहगढ़ दा नाम रखिया। काबुल ते कंधार दे जिहड़े बैठे चौधरी सन, गवर्नर सन, उन्हां दे हिक दे उत्ते दीवा बालण दे न्याई सी। ते इतिहास कहंदा काबुल रियासत दा दोस्त अमीर मुहम्मद उस दे हिक दे उत्ते दीवा बल गया। वो अपने 5 पुत्रां नूं, सारे गाजियां नूं, मुलाणियां नूं, काजियां नूं, सारे काबुल ते कंधार दे अफरीदियां नूं इकट्ठा करदा, एक बहुत वड्डा जलसा करदा है। ते उस बहुत वड्डे जलसे दे विच उच्ची स्टेज दे उत्ते ओहदे 5 पुत्र ने, अफजल खान, अकबर खान, गुलाम हैदर खान, अकरम खान ते आजम खान। इन्हां 5 दे हत्थां दे उत्ते मौत दे गाने बनदा है। मौत दे गाने बन के ललकार के कहंदा है, ऐ मुहम्मद साहब नूं मनण वाले हो, ऐ खुदा परस्त लोको, ऐ कदे ईन ना मनण वाले लोको, हिंदुस्तान नूं कदे तुसी फतेह कीता सी, तुहाडे वड्डे वडेरे तुसी उन्हां दे पुੱਤ ते पोतरे हो जिन्हां ने कदे हिंदुस्तान फतेह कीता सी। उठो, खड़े होवो, मेरे 5 पुत्र ने, मैं ये 5 तुहाडे नाम लाना। उठो, मर्द बनो, आओ मैदान अंदर, अपने मुल्क लई होवो कुर्बान खानो। कहंदा अपने मुल्क लई कुर्बान होवो, साडे हिक ते दीवा बाल दिता है, साडे तो कर उगराण लई आए ने। दोस्त मुहम्मद खान सारे अफरीदियां मुसलमाना काबुल कंधार दे गाजियां नूं जिस तरह जोशीलियां तकरीरां कर रहा है ते अपने 5 पुत्रां दे हत्थ दे विच मौत दा गाना बन के कहंदा ए मूरे जाणगे, तुसी मगरे जाओ, पर जमरौद दा किला फतेह करके आयो, साडे हिक ते दीवा बले है। आओ भाई हरप्रीत सिंह भामिया, वो जिहड़ी जोशीली तकरीर काबुल दा गवर्नर, काबुल दा चौधरी ओ दोस्त मुहम्मद खान कर रहे हैं, कावे रूप दे विच इउं बयान कर रहे हैं। भरे बिच दरबार ललकार कहंदा, भरे बिच दरबार ललकार कहंदा, भरे बिच दरबार ललकार कहंदा, भरे बिच दरबार ललकार कहंदा। अर्जुनो सुनो अर्ज मेरी लाते ध्यान खानो, मर्द गाजी, हाँ मर्द गाजी,
ਅਣਖੀ ਵੀਰ ਮੈਦਾਨ ਦੇ ਮਰਦ ਗਾਜੀ 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 ਤੁਸੀਂ ਸ਼ੇਰਾਂ ਦੀ ਸੁਲਤਾਨ ਖਾਨੋ हजरत अली दे नाम ते मरन वाले 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 धनी तेग दे तुसी बलवान खानो तुसी ਉਹਨਾਂ ਦੇ ਪੁੱਤ ਤੇ ਪੋਤਰੇ ਹੋ ਹਾਂ ਪੋਤਰੇ ਹੋ ਤੁਸੀਂ ਉਹਨਾਂ ਦੇ ਪੁੱਤ ਤੇ 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 ਪੋਤਰੇ ਹੋ ਜਿੰਨਾ ਫਤਿਹ ਕੀਤਾ ਹਿੰਦੁਸਤਾਨ ਖਾਨੋ ਤਾਕ ਤੁਸਾਂ ਦੀ ਫਰਸ਼ ਤੋਂ ਅਰਸ਼ ਤੋੜੀ 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 ਥਰ ਥਰ ਕੰਬਦਾ ਸਾਰਾ ਜਹਾਨ ਖਾਨੋ ਸੀਤਲ ਹੋਏ ਸੜਦਾ ਸੀਨਾ ਵੇਖ ਮੇਰਾ 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 ਸਾਡੇ ਫਤਿਹ ਦੇ ਝੂਲ ਦੇ ਨਿਸ਼ਾਨ ਖਾਨੋ ਸਾਡੇ ਫਤਿਹ ਦੇ ਝੂਲ ਦੇ ਨਿਸ਼ਾਨ ਖਾਨੋ ਸਾਡੇ ਫਤਿਹ ਦੇ ਝੂਲ ਦੇ ਨਿਸ਼ਾਨ ਖਾਨੋ ਸੀਤਲ ਹੋਏ ਸੜਦਾ ਸੀਨਾ ਵੇਖ ਮੇਰਾ ਸਾਡੇ ਫਤਿਹ ਦੇ ਝੂਲ ਦੇ ਨਿਸ਼ਾਨ ਖਾਨੋ ਆਪਣੇ ਖਾਨਾਂ ਨੂੰ ਗਾਜ਼ੀਆਂ ਨੂੰ ਮੁਸਲਮਾਨਾਂ ਨੂੰ ਮੁਗਲਾਂ ਨੂੰ ਅਫਰੀਦੀਆਂ ਨੂੰ ਆਪਣੇ ਪੰਜੇ ਪੁੱਤਰਾਂ ਦੇ ਹੱਥ ਦੇ ਵਿੱਚ ਮੌਤ ਦਾ ਗਾਨਾ ਬਣ ਕੇ ਬੜਾ ਵੱਡਾ ਜਿਗਰਾ ਚਾਹੀਦਾ ਕਹਿੰਦੇ ਹੀਰੇ ਨੂੰ ਹੀਰਾ ਹੀ ਵਿੰਨ ਸਕਦਾ ਜਿਹੜਾ ਹੀਰੇ ਦਾ ਵਪਾਰੀ ਹੈ ਜਿਹੜਾ ਹੀਰੇ ਦਾ ਜ਼ੋਹਰੀ ਹੈ ਉਹ ਜਾਣਦਾ ਆਪਾਂ ਜਦੋਂ ਹੀਰੇ ਨੂੰ ਵਿੰਨਣਾ ਹੁੰਦਾ ਹੀਰੇ ਨੂੰ ਤਰਾਸ਼ਣਾ ਹੁੰਦਾ ਹੀਰੇ ਦੇ ਹਾਰ ਬਣਦੇ ਨੇ ਹੀਰਾ ਵਿੰਨ ਕੇ ਕਿਸੇ ਦੇ ਤਾਜ ਦੇ ਵਿੱਚ ਜੜਿਆ ਜਾਂਦਾ ਹੈ ਜਾਂ ਕਿਸੇ ਦੇ ਹਾਰ ਦਾ ਸ਼ਿੰਗਾਰ ਬਣਦਾ ਹੈ ਹੀਰੇ ਨੂੰ ਵਿੰਨਣ ਵਾਸਤੇ ਲੋਹੇ ਦਾ ਔਜ਼ਾਰ ਕੰਮ ਨਹੀਂ ਕਰ ਸਕਦਾ ਤੇ ਨਾ ਪਿੱਤਲ ਦਾ ਨਾ ਚਾਂਦੀ ਦਾ ਨਾ ਸੋਨੇ ਦਾ ਹੀਰੇ ਨੂੰ ਹੀਰੇ ਦਾ ਔਜ਼ਾਰ ਹੀ ਵਿੰਨਦਾ ਹੈ ਗੁਰਮੁਖ ਪਿਆਰਿਓ ਲੈਣਾ ਹੋਵੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅੰਮ੍ਰਿਤ ਪਾਨ ਕੀਤੇ ਹੋਏ ਜਿਨ੍ਹਾਂ ਮੌਤ ਨੂੰ ਕਬੂਲ ਕੀਤਾ ਹੈ ਜਿਨ੍ਹਾਂ ਦੀ ਗੁਰਬਾਣੀ ਦਾ ਪ੍ਰਮਾਣ ਹੈ ਪਹਿਲਾ ਮਰਨ ਕਬੂਲ ਹੈ ਜੀਵਨ ਦੀ ਛੱਡ ਆਸ ਹੋ ਸਭਨਾ ਕੀ ਰੇਣੁਕਾ ਤਾਂ ਆਓ ਹਮਾਰੇ ਪਾਸ ਗੁਰਮੁਖ ਪਿਆਰਿਓ ਜੇ ਉਹਨਾਂ ਨੂੰ ਤਿਆਰ ਕਰਨਾ ਹੋਵੇ
ਤੇ ਫਿਰ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰਦੇਵ ਪਿਤਾ ਮਹਾਰਾਜ ਦੇ ਸਾਹਮਣੇ ਦੋਸਤ ਮੁਹੰਮਦ ਇਹ ਜਾਣਦਾ ਹੈ ਕਿ ਆਪਣੇ ਪੰਜੇ ਪੁੱਤਰਾਂ ਨੂੰ ਮੌਤ ਦੀ ਅਗਵਾਈ ਦੇ ਵਿੱਚ ਉਹ ਤਕਰੀਰ ਕਰਦਾ ਹੈ ਤੇ ਦੂਜੇ ਪਾਸੇ ਜੋਸ਼ ਦੇ ਵਿੱਚ ਆਏ ਉਹ ਗਾਜ਼ੀ ਅਗਲੇ ਪਾਸੋਂ ਕਹਿੰਦੇ ਜੋਸ਼ ਵਿੱਚ ਆ ਕੇ ਅੱਗੋਂ ਬੋਲਦੇ ਪਠਾਨ ਗਾਜ਼ੀ बड़े जोश दे विच आके पठान गाजी कहते ने शेरां वांग गजीए ते धरत कंबा दईए। असी ते ओ मुहम्मद साहब दे शेर बब्बर शेर सूरमे आ जे असी जोर दी गजीए ते असी धरत कंबा दईए ऐसा असी हौसला रखते हैं। साडे सामने हिंदुस्तान दे बादशाह वड्डे वड्डे राजपूत ते मरठे जिन्हां नूं असी अपने लोहे अपनी वीरता का लोया मनवाया। जे असी अपनी आई ते आ जाइए किले जिहड़े तुसी कहंदे हो जमरौद ते पेशावर ये की ने अपनी आई ते आइए ते पर्वत हिला दईए। जे असी अपनी आए ते आ जाइए ते असी पर्वत तक हिला दईए ते असी उन्हां दी हजरत अली दे नाम दा नारा असी लाउने आ ते जे अपनी आई ते आइए ते मौत भी हरा दईए। वो गाजी बड़े जोश दे विच आए ते फिर नगाड़ियां ते चोटां वजियां। इतिहास कहंदा 50-60 हज़ार गाजी इकट्ठा हो गया दोस्त मुहम्मद खान ते जरनैल सम्मी खान की अगवाई दे हेठ। पंजे पुत्र जिन्हां ने मौत का गाना बने सब तो मूरे लगते ने। बाकी सारे मुगल हमलावर काबुल ते कंधार तो गाजी इकट्ठे होके चोट नगाड़ियां ते ला के तुर पैंदे ने। उस साके दे रूप दे विच भामियां वाला जथा इउं कह रहे हैं। फौजा काबलों ला चोट नगारे, चढ़िया फौजा काबलों ला चोट नगारे, चढ़िया फौजा काबलों ला चोट नगारे। जी भाई चढ़िया फौजा काबलों ला चोट नगारे। दल विच गूंजणे अली दे चौपासी नारे, 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 दल विच गूंजणे अली दे चौपासी नारे। मामा हथी अपने कई पुत शिंगारे, मामा हथी अपने कई पुत शिंगारे, मामा हथी अपने हो वाह भाई वाह। मामा हथी अपने कई पुत शिंगारे, मामा हथी अपने कई पुत शिंगारे। लाड़ी मौत बयान नू भाई कलगी वाले ने आबे हाथ दे के वाजी वाह ते जम्मण मरन दा वरका ही पाड़ दिता। आ गई चिड़ियां दी चुंझां बिच अगम शक्ति ते उन्हां बाजां दा पन बथाड़ दिता। बई कीती किसे दशमेश वाले अख गैरी ते सिंगा तुर दी गड्डी ते चाड़ दिता, ते सिंगा तुर दी गड्डी ते चाड़ दिता। लाड़ी मौत बयान नू कर ले तैयारे, लाड़ी मौत बयान नू कर ले तैयारे, लाड़ी
वे ਹੁਣ ਨੂੰ कर ले त्यारे, लाड़ी मौत वे ਹੁਣ ਨੂੰ कर ले त्यारे। लश्कर देगा वर्षियां वर्षियां हो, लश्कर देगा वर्षियां मारन चमकारे, लश्कर देगा वर्षियां मारन चमकारे। हो लिशकन ते गां बरछियां हो हो लिशकन ते गां बरछियां मारन चमकारे, लिशकन ते गां बरछियां मारन चमकारे। ज्यों जल उठे सागर आखे किनारे, ज्यों जल उठे सागर आखे किनारे, ज्यों जल उठे सागर आखे किनारे। ज्यों जल उठे सागर आखे किनारे, ज्यों जल उठे सागर आखे किनारे। हो हो जिस वेले काबुल की धरती के उत्तों जरनैल सम्मी खां की अगवाई दे विच ये गाजी इकट्ठे होके आ रहे ने। लुंडी खाना एक थां पैंदा हुण पाकिस्तान दे विच रह गया। जदों इत्थे पहुंचे उस दिन 24 अप्रैल सन 1837 सी। इन्हां ने दो चीज़ों के उत्ते तवज्जो दिता, ध्यान दिता, बड़े ध्यान योग ये गल है। इतिहास कहता है कि महाराजा रणजीत सिंह दे पोतरे कंवर नौनिहाल सिंह दा विआह श्याम सिंह अटारी वाली दी धी नानकी दे नाल नियत होया सी। ते ये वो समा सी जिस वेले पेशावर तो भावें वो बालासर होवे, भावें वो मिचनी का किला होवे, किला फतेहगढ़ जिसनों असीं जमरौद का किला कहने आ, या बुरज हरी सिंह वाला होवे, पेशावर होवे, इत्थों सारियां फौजां कसूर तो मुल्तान तो सारे पासों ये फौजां लाहौर पहुंचियां हुई सन, क्योंकि कंवर नौनिहाल सिंह दा बारात चढ़नी सी। ते ब्रिटेन तो आए गवर्नर भी मौजूद सन, सारियां रियासतां दे, नेपाल तो, चीन तो वड्डे वड्डे राजे महाराजे वो महाराजा रणजीत सिंह दे सद्दे दे उत्ते आए सन। ते बहुत वड्डियां फौजां वो इकट्ठियां हुईयां सन। ये गल जानदा सी दोस्त मुहम्मद खान, उन्हें सूइयां ने उन्होंने दस्सिया कि जिन्नी सेना है वो सारी लाहौर पहुंची हुई है। दूजा हरी सिंह नलवा जिदे नाम तो असी अपने बच्चों को अज सुनाने आ, पुत्र सो जा नहीं तो हवा आ जाएगा। ते पठाणा दियां मावां जिन्हां ने 11 सदियां तक हिंदुस्तान नूं डरा के रखिया, हरी सिंह नलवे दे नाम दा ऐसा खौफ सी, अज भी काबुल ते कंधार दे अंदर मावां बच्चियां नूं सौण लईयां कहंदियां हरिया रागले सौ जा पुत्रा सौ जा, नहीं तो हरी सिंह आ जाएगा। वो हरी सिंह नलवे का डर दिंदियां, इन्ना डर ते खौफ पठाणा दियां मावां ने अपने बच्चों नूं दिता। तो वह जानते सन हरी सिंह नलवा पेशावर के किले दे विच सख्त बीमार पे है, और इतना को बीमार है कि वह अपने मंजे तो उठ के खड़ा नहीं हो सकता। दोनों चीज़ां उन्होंने हक दे विच भुगतदियां सन। हरी सिंह नलवा सख्त बीमार पे है, जिहड़ा जमरौद के किले ते मौजूद नहीं है। तो दूजा जिन्नियां फौजां ने वह लाहौर पहुंचियां हुई ने, क्योंकि महाराजे रणजीत सिंह के पोतरे कंवर नौनिहाल सिंह का विआह है। तो गुरमुख प्यारे इतिहास कहता जमरौद का वह किला जिसनों किला फतेहगढ़ कहते हैं, उत्थे सिर्फ 1000 सिख फौजी है। तो हरी सिंह नलवे का नादी पुत्र, वह मूँह बोला पुत्र, जिसनों इन्हें बड़े प्यार दे नाल पाल के वड्डा कीता सी ते अपने वर्गा जुझारू सूरमा सूरबीर बनाया सी, उसका नाम है महा सिंह। महा सिंह इस किले का किलेदार है, वो सारे सिखा की अगवाई कर रहे हैं। तो 1000 एक पासे होवे ते 60,000 एक पासे होवे। जदों इनू पता लग्या कि लुंडी खाने फौज आके उतर गई है, तो बहुत जल्दी वो
जमरौद के किले तक पहुंचने वाली है। ये हज़ारां नूं इकट्ठा कर दे, 1000 फौजी अंदर है, सिख फौजी, 800 पैदल है, 200 घोड़सवार है, 12 वड्डियां तोपां ने, 10 छोटियां तोपां अंदर ने, ते दूजे पासे 60,000 फौजी आ रहे हैं ते उन्हां कोल तोपां दी कोई गिणती ही नहीं। ते महा सिंह जोशीली तकरीर करता है, वो कहता असी घबराउणा नहीं, असी डरना नहीं, असी दशमेश पिता दे पुत्तर हाँ ते असी शेर दे पुत्त हाँ, असी बब्बर शेर दी औलाद हाँ। मैनू एक बोल याद आते हैं, नेपोलियन बोनापोर्ट हु इज़ द ग्रेट लीडर ऑफ फ्रांस, जिसने फ्रांस नू एक नवा तवारीख दे पन्नियां दे उत्ते इतिहास दिता। वो कहता है अपनी आत्मकथा दे विच, बड़ी ध्यान देण जोग गल है, वो कहता आई एम नॉट अफ्रेड फ्रॉम द ग्रुप ऑफ लॉयंस हुज लीडर इज डोंकी, आई एम अफ्रेड फ्रॉम द ग्रुप ऑफ डोंकीज हुज लीडर इज लॉयन। वो कहता मैनू बिल्कुल डर नहीं लगता शेरां दे उस झुंड तो जिहदी अगवाई एक गधा कर रहा होवे, मैनू बिल्कुल डर नहीं लगता, पर मैनू उस गधियां दे झुंड तो बड़ा डर लगता है जिहदी अगवाई एक बब्बर शेर कर रहा होवे। अगवाई जिहड़ा जरनैल हुंदा है, जिहड़े लोग कहते सन काम हमारा तोलन तकड़ी, नंगी कर्द कभी नहीं पकड़ी, चिड़ी उड़ा डर से मर जाओ, मुगलों से कैसे लड़ पाऊं। बब्बर शेर ने गज के आख्या चिड़ियों से मैं बाज तड़ाऊं, तब है गोबिंद सिंह नाम कहूं। तवारीख दे पन्नियां दे उत्ते याद करो, सरदार महा सिंह कहन लग्या, कहंदा बेशक असी 1000 ते सामने 60,000 ने, याद रखियो चमकौर दी गढ़ी दे विच 10 लाख दे सामने कल्ले 40 सन। वो शीहां दे पुत पिंजरी पै के रोवण नहीं लग जांदे, शीहां दे पुत पिंजरी पै के रोवण नहीं लग जांदे, अखा भी सी देवन तावी बाज नहीं कर लाउंदे। मर्दां दे परखण दे लई विपता एक कसौटी, भीड़ पैण ते भज जांदे नहीं पुत सूरमियां दे पुत भीड़ा पैण ते मैदान नूं कंड विखा के भजदे नहीं, वो अगों टाकरा करदे ने। गुरु नानक दा सिख दुखां दे आउण ते गुरु नानक कोल आके ये नहीं कहंदा दुख आ गया, सगों वड्डे तो वड्डे दुख नूं कहंदा आ जा, मेरा गुरु नानक मेरे नाल है। गुरमुख प्यारे हो स्पिरिट दिती कलगियां वालिया तेरे स्कूल अंदर मैं तां सुनिया लगदी फीस कोई ना, जदों वेखियान जमात अंदर पढ़न वालियां दे तड़ां ते सीस कोई ना। महा सिंह ललकार के जरा सिख फौजियां के अंदर हलूना भर रहा है, याद करा रहा है, करो याद चमकौर दी गढ़ी नूं 40 दे सामने 10 लाख सन। आओ ढाडी कला दी एक वनगी बैंत दे राही इउं कह रहे हैं, सिंह सरदार ललकार कहंदा, महा सिंह सरदार ललकार कहंदा हो जो जंग दे लई ते आर सिंघो। महा सिंह सरदार ललकार कहंदा, महा सिंह सरदार ललकार कहंदा हो जो जंग दे लई ते यार सिंघो। आन मैदान दे बिच लथे वैरी, आन मैदान दे बिच लथे वैरी, आन मैदान दे बिच लथे साडी अणख नूं रहे वंगार सिंघो। हो वैरी आन मैदान दे
ਵਿੱਚ ਲੱਥੇ ਸਾਡੀ ਅਣਖ ਨੂੰ ਰੇਵੰਗਾਰ ਸਿੰਘੋ ਸਾਡੀ ਅਣਖ ਨੂੰ ਰੇਵੰਗਾਰ ਸਿੰਘੋ ਹੋ ਅੱਜ ਪੱਗ ਪੰਜਾਬ ਦੀ ਹੱਥ ਸਾਡੇ ਅੱਜ ਪੱਗ ਪੰਜਾਬ ਦੀ ਹੱਥ ਸਾਡੇ ਅੱਜ ਪੱਗ ਪੰਜਾਬ ਦੀ ਹੱਥ ਸਾਡੇ ਦੇਵੋ ਦੇਸ਼ ਖਾਤਰ ਜਾਨਾ ਵਾਰ ਸਿੰਘੋ ਦੇਵੋ ਦੇਸ਼ ਖਾਤਰ ਜਾਨਾ ਵਾਰ ਸਿੰਘੋ ਅੱਜ ਪੱਗ ਪੰਜਾਬ ਦੀ ਹੱਥ ਸਾਡੇ ਅੱਜ ਪੱਗ ਪੰਜਾਬ ਦੀ ਹੱਥ ਸਾਡੇ ਦੇਵੋ ਦੇਸ਼ ਖਾਤਰ ਜਾਨਾ ਵਾਰ ਸਿੰਘੋ ਹੋ ਤੁਸੀਂ ਅੱਜ ਚਮਕਾਰ ਨੂੰ ਯਾਦ ਕਰ ਲੋ ਤੁਸੀਂ ਅੱਜ ਚਮਕਾਰ ਨੂੰ ਯਾਦ ਕਰ ਲੋ 40 ਸਿੰਘ ਦੁਸ਼ਮਣ ਬੇ ਸ਼ੁਮਾਰ ਸਿੰਘੋ 40 ਸਿੰਘ ਦੁਸ਼ਮਣ ਬੇ ਸ਼ੁਮਾਰ ਸਿੰਘੋ ਹੋ ਪਿਓ ਮਿਲ ਜੇ ਕਲਗੀ ਤਾਰ ਵਰਗਾ ਹੋ ਮਾਤਾ ਸਾਹਿਬ ਕੌਰ ਵਰਗੀ ਮਾਂ ਮਿਲ ਜੇ ਹੋਣੇ ਲੈਣਾ ਕੀ ਹੈ ਹੋਰ ਦੁਨੀਆ ਤੋਂ ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ ਹੋ ਤੁਸੀਂ ਅੱਜ ਚਮਕੌਰ ਨੂੰ ਯਾਦ ਕਰ ਲੋ ਤੁਸੀਂ ਅੱਜ ਚਮਕੌਰ ਨੂੰ ਯਾਦ ਕਰ ਲੋ 40 ਸਿੰਘ ਦੁਸ਼ਮਣ ਬੇਸ਼ੁਮਾਰ ਸਿੰਘੋ ਸ਼ੀਤਲ ਫਿਰ ਜੀਤ ਜੁਝਾਰ ਵਾਲੀ ਸ਼ੀਤਲ ਫਿਰ ਜੀਤ ਜੁਝਾਰ ਵਾਲੀ ਸ਼ੀਤਲ ਫਿਰ ਜੀਤ ਜੁਝਾਰ ਵਾਲੀ ਦੁਨੀਆ ਵਿੱਚ ਦੁਹਰਾ ਦਿਓ ਵਾਰ ਸਿੰਘੋ ਦੁਨੀਆ ਵਿੱਚ ਦੁਹਰਾ ਦਿਓ ਵਾਰ ਸਿੰਘੋ ਦੁਨੀਆ ਵਿੱਚ ਦੁਹਰਾ ਦਿਓ ਵਾਰ ਸਿੰਘੋ ਸੀਤਲ ਫੇਰ ਅਜੀਤ ਜੁਝਾਰ ਵਾਲੀ ਦੁਨੀਆ ਵਿੱਚ ਦੁਹਰਾ ਦਿਓ ਵਾਰ ਸਿੰਘੋ। ਉਹਨੇ ਜੋਸ਼ੀਲੀ ਤਕਰੀਰ ਕੀਤੀ, ਕਹਿੰਦਾ ਸਿੰਘੋ ਹੌਸਲਾ ਨਹੀਂ ਹਾਰਨਾ, ਅਜੀਤ ਤੇ ਜੁਝਾਰ ਵਰਗੀ ਦੁਬਾਰਾ ਕਰਕੇ ਵਿਖਾ ਦੇਵੋ। ਤੁਹਾਡੀਆਂ ਵਾਰਾਂ ਜਸ ਸੂਰਮੇ ਗਾਇਆ ਕਰਨਗੇ ਸੱਥਾਂ ਦੇ ਉੱਤੇ, ਸੂਰਮੇ ਗਾਇਆ ਕਰਨਗੇ ਸਟੇਜਾਂ ਦੇ ਉੱਤੋਂ। ਤੁਸੀਂ ਉਹ ਮਰਦਾਂ ਵਾਲੀ ਕਰਕੇ ਜਾਓ ਜਿਹੜੇ ਦਸ਼ਮੇਸ਼ ਪਿਤਾ ਦੇ ਵੱਡੇ ਸਾਹਿਬਜ਼ਾਦਿਆਂ ਕਦੇ ਚਮਕੌਰ ਦੀ ਗੜੀ ਦੇ ਵਿੱਚ ਕੀਤੀ ਸੀ। ਤੁਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ 4 ਸਾਹਿਬਜ਼ਾਦੇ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਦੇ 5 ਸਾਹਿਬਜ਼ਾਦੇ ਨੇ। 5ਵਾਂ ਸਾਹਿਬਜ਼ਾਦਾ ਜਿਹਦੇ ਲਈ ਉਹਨੇ 4 ਵਾਰ ਦਿੱਤੇ ਤੇ ਕਹਿ ਦਿੱਤਾ ਇਨ ਪੁੱਤਰਨ ਕੈ ਸੀਸ ਪੈ ਵਾਰ ਦੀਏ ਸੁੱਤ 4 ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਕਹਿੰਦੇ ਜੇ 4 ਵਾਰ ਤੇ ਫੇਰ ਕੀ ਹੋਇਆ, ਮੇਰਾ ਖਾਲਸਾ ਇਹ ਮੇਰਾ 5ਵਾਂ ਸਾਹਿਬਜ਼ਾਦਾ ਹੈ ਤੇ ਤੁਸੀਂ 5ਵੇਂ ਸਾਹਿਬਜ਼ਾਦੇ ਹੋ। ਸਰਦਾਰ ਮਾਨ ਸਿੰਘ ਕਹਿਣ ਲੱਗਿਆ ਅੱਜ ਤਵਾਰੀਖ ਦੇ ਪੰਨਿਆਂ ਦੇ ਉੱਤੇ ਅਜੀਤ ਤੇ ਜੁਝਾਰ ਵਾਲੀ ਉਹ ਵਾਰ ਦੁਹਰਾ ਦਿਓ।
ਆਉਂਦਾ ਹੈ ਵੈਰੀ ਚੜ ਕੇ ਆਉਣ ਦੋ। ਲਓ ਜੀ ਦੋਨੋਂ ਆਮੇ ਸਾਹਮਣੇ ਹੋ ਗਏ ਨੇ, ਇੱਕ ਪਾਸੇ 1000 ਤੇ ਦੂਜੇ ਪਾਸੇ 50-60 ਹਜ਼ਾਰ। ਸਵੇਰ ਤੋਂ ਲੱਗਿਆ ਗੋਲੇ ਤੇ ਗੋਲਾ ਚੱਲਣ, ਇਧਰੋਂ ਤੋਪ ਦੇ ਗੋਲੇ ਅੱਗ ਵਰਾਉਂਦੇ ਨੇ, ਦੂਜੇ ਪਾਸੇ ਜਿੰਨੀਆਂ ਕੁ ਤੋਪਾਂ ਅੰਦਰ ਮਹਾ ਸਿੰਘ ਦੀ ਅਗਵਾਈ ਦੇ ਹੇਠ ਨੇ ਉਥੋਂ ਤੋਪ ਦੇ ਗੋਲੇ ਅੱਗ ਵਰਾਉਂਦੇ ਨੇ। ਸਵੇਰ ਤੋਂ ਸ਼ਾਮ ਤੱਕ ਘਮਾਸਾਨ ਦਾ ਜੰਗ ਹੋਇਆ, ਖੰਡੇ ਤੇ ਖੰਡਾ ਖੜਕਿਆ, ਨੇਜੇ ਤੇ ਨੇਜਾ, ਤਲਵਾਰ ਤੇ ਤਲਵਾਰ, ਸ਼ਮਸ਼ੀਰ ਤੇ ਸ਼ਮਸ਼ੀਰ, ਜਵਾਨਾਂ ਦੀਆਂ ਲੋਥਾਂ ਇੱਥੋਂ ਮੁਹੰਮਦ ਖਾਨਾਂ ਦੀਆਂ ਲੋਥਾਂ, ਇੱਧਰ ਅੱਲਾਹੂ ਅਕਬਰ ਦੇ ਨਾਰੇ ਤੇ ਦੂਜੇ ਪਾਸੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਦੋਨੇ ਪਾਸੇ ਜਕਾਰੇ ਗੂੰਜ ਰਹੇ ਨੇ, ਖੰਡੇ ਤੇ ਖੰਡਾ ਖੜਕ ਰਿਹਾ ਹੈ। ਸਵੇਰ ਤੋਂ ਸ਼ਾਮ ਹੋ ਗਈ। ਇਸ ਦੌਰਾਨ ਜਿਹੜੀ ਕਿਲੇ ਦੀ ਇੱਕ ਬਾਹੀ ਸੀ ਉਹ ਟੁੱਟ ਕੇ ਢਹਿ ਢੇਰੀ ਹੋ ਗਈ ਹੈ। ਸੰਧਿਆ ਵੇਲਾ ਅਜੇ ਸੂਰਜ ਕੁਝ ਕੁ ਅਸਤ ਹੋ ਰਿਹਾ ਹੈ ਤੇ ਜਿਹੜਾ ਤੀਜਾ ਬੇਟਾ ਦੋਸਤ ਮੁਹੰਮਦ ਖਾਨ ਦਾ ਨਾਮ ਹੈ ਅਕਰਮ ਖਾਨ, ਉਹ ਆਪਣੇ ਘੋੜੇ ਦੀ ਅਗਵਾਈ ਦੇ ਹੇਠ ਕੁਝ ਸਿਪਾਹੀਆਂ ਨੂੰ ਆਪਣੇ ਨਾਲ ਲੈਂਦਾ ਹੈ ਜੋ ਸ਼ੈਲੀ ਤਕਰੀਰ ਕਰਦਾ ਹੈ ਤੇ ਉਹ ਕਿਲੇ ਦੇ ਵੱਲ ਜਾਣ ਲੱਗੇ ਹੈ। ਤੇ ਉਸ ਵੇਲੇ ਜਰਨੈਲ ਸੰਮੀ ਖਾਂ ਉਹਨੂੰ ਲਲਕਾਰ ਕੇ ਕਹਿੰਦਾ, ਉਹ ਭਲਿਆ ਸਿੱਖਾ ਕਿੱਥੇ ਜਾਣ ਲੱਗੇ ਹੈ? ਉਹ ਕਹਿੰਦਾ ਜਿਹੜੀ ਇਹ ਬਾਹੀ ਡਿੱਗ ਗਈ ਹੈ ਇਹਦੇ ਰਾਹੀਂ ਕਿਲੇ ਦੇ ਵਿੱਚ ਦਾਖਲ ਹੋ ਜਾਵਾਂਗੇ, ਮੁੱਠੀ ਪਰ ਸਿੱਖ ਨੇ, ਆਪਾਂ ਉਹਨਾਂ ਨੂੰ ਜਾ ਕੇ ਫੜ ਜਾਵਾਂਗੇ। ਜਰਨੈਲ ਸੰਮੀ ਖਾਂ ਕਹਿੰਦਾ, ਉਹ ਭਲਿਆ ਪੁਰਖਾ ਜਰਾ ਡਰ ਕੇ ਜਰਾ ਬਚ ਕੇ, ਓਏ ਸਿੰਘ ਤੇ ਮਰਿਆ ਪਿਆ ਹੋਵੇ ਨਾ 6-7 ਦਿਨ ਹੋ ਗਏ ਹੋਣ ਤੇ ਲਾਸ਼ ਪਈ ਹੋਵੇ, ਉਹਦੇ ਨਜ਼ਦੀਕ ਵੀ ਜਿੱਥੇ ਚਲੇ ਜਾਈਏ ਨਾ ਉਹ ਵੀ ਉੱਠ ਖਲੋਂਦਾ ਹੈ। ਇਹ ਤੇ ਮਰੇ ਹੋਏ ਵੀ ਲੜਦੇ ਨੇ, ਤੂੰ ਕਿੱਥੇ ਜਾਣ ਲੱਗੇ ਹੈ? ਅਕਰਮ ਖਾਨ ਨੇ ਆਪਣੇ ਘੋੜੇ ਦੀਆਂ ਰਕਾਬਾਂ ਵਾਪਸ ਮੋੜ ਦਿੱਤੀਆਂ। ਦੋਨੇ ਫੌਜਾਂ ਆਮੋ ਸਾਹਮਣੇ ਨੇ, ਇੱਕ ਪਾਸੇ ਦੀ ਬਾਹੀ ਟੁੱਟ ਗਈ ਹੈ ਤੇ ਦੂਜੇ ਪਾਸੇ ਰਣਜੀਤ ਨਗਾੜੇ ਵੱਜ ਗਏ ਨੇ। ਦੋਨੇ ਫੌਜਾਂ ਜਿਹੜੀਆਂ ਆਮੋ ਸਾਹਮਣੇ ਹੋ ਗਈਆਂ ਨੇ। ਆਓ ਭਾਮੀਆਂ ਵਾਲਾ ਜਥਾ ਆਪ ਜੀ ਦੇ ਸਾਹਮਣੇ ਇਹ ਦ੍ਰਿਸ਼ ਇਉਂ ਕਹਿ ਰਹੇ ਹੈ। ਆਮੋ ਸਾਹਮਣੇ ਪੈਂਤੜੇ ਬੰਨ ਲੈਨੇ, ਆਮੋ ਸਾਹਮਣੇ ਪੈਂਤੜੇ ਬੰਨ ਲੈਨੇ, ਦੋਹਾਂ ਤੇਰਾਂ ਦੇ ਜੋਧਿਆਂ ਮਾਨੀਆਂ ਨੇ, ਜੋਹਾਂ ਤੇਰਾਂ ਦੇ ਜੋਧਿਆਂ ਮਾਨੀਆਂ ਨੇ। ਆਮੋ ਸਾਹਮਣੇ ਪੈਂਤੜੇ ਬੰਨ ਲੈਨੇ, ਆਮੋ ਸਾਹਮਣੇ ਪੈਂਤੜੇ ਬੰਨ ਲੈਨੇ, ਦੋਹਾਂ ਤੇਰਾਂ ਦੇ ਜੋਧਿਆਂ ਮਾਨੀਆਂ ਨੇ, ਦੋਹਾਂ ਤੇਰਾਂ ਦੇ ਜੋਧਿਆਂ ਮਾਨੀਆਂ ਨੇ। ਇੱਕ ਤਰ ਸਿੱਖ ਦੇ ਖੜੇ ਪਾ ਠਾਣੇ, ਇੱਕ ਤਰ ਸਿੱਖ ਦੇ ਖੜੇ ਪਾ ਠਾਣੇ, ਇੱਕ ਤਰ ਫੱਟ ਖਾਣ ਨੂੰ ਛਾਤੀਆਂ ਤਾਨੀਆਂ ਨੇ, ਫੱਟ ਖਾਣ ਨੂੰ ਛਾਤੀਆਂ ਤਾਨੀਆਂ ਨੇ।
हो जदों वक्त इंसान ते आन पैंदा ते सप रस्सियां दे बन बन घट जांदे हो बुरे भले दी उहदे नाल परख रहिंदी ते मित्र मित्रां तो पासा वट जांदे ते मित्र मित्रां तो पासा वट जांदे जिमें क्षमा ते पाउण पा तंग चरमट जिमें क्षमा ते पाउण पा तंग चरमट सदके मौत तो कई जवानियां ने सदके मौत तो कई जवानियां ने शीतल अज तलवार दी भेंट होना शीतल अज तलवार दी भेंट होना पल्ला बिच कई जांदियां जिंदगानियां ने पल्ला बिच कई जिंदगानियां ने पल्ला बिच कई जिंदगानियां ने सरदार हरी सिंह नलवा जिस वेले किले दे विच मौजूद नहीं आमो सामने टाकरा हो गया तो इहदा नादी पुत्र सी दो तरह के पुत हुंदे ने संसार दे अंदर एक बिंदी पुत्र हुंदा है एक नादी पुत्र हुंदा है बिंदी पुत्र जिहदे नाल साडा खून दे रिश्ता हुंदा है जिवें जिन्हों असीं कहने सके भैण भरा ने एक हुंदा है नादी पुत्र जिवें दशमेश पिता दा खालसा नादी पुत्र है उन्हां दा जिस्मानी रिश्ता ते नहीं पर धन गुरु गोबिंद सिंह पातशाह दे लई जिवें अजीत ते जुझार शहीद हो गए उवें खालसा पंथ दे बेशुमार सूरमे धन गुरु गोबिंद सिंह पातशाह महाराज लई शहीद हो गए वो नादी पुत्र दा भाव हुंदा है जिहदे नाल साडा खून दा रिश्ता कोई नहीं जिस्मानी रिश्ता कोई नहीं पर उन्हां दे विचारां दे करके असीं अपनी जिंदगी तक वार सकते हैं धन गुरु गोबिंद सिंह पातशाह महाराज दे लई एक खालसे पंथ ने समर्पण किया ते पातशाह ने उन्होंने अपना नादी पुत्र बना दिता ये नादी पुत्र है महा सिंह ते एक किले दे विच है किले दे अंदर बैठा है ते इसने अंदर फौलाद पैदा की है हरी सिंह नलवे का जदों असीं जीवन पढ़ते हैं ना बाबा प्रेम सिंह होती मरदान की लिखी किताब है जीवनी हरी सिंह नलवा ਜਿਹੜੇ नौजवान वीर बैठे मेरिया भैणां बैठियां मैं अर्ज करदा कि तुसीं जरूर सिख इतिहास के वर्कियां नूं पढ़न का जतन करिया करो गुरबाणी दे नाल जुड़ना करो मैं एक किताब पढ़ रहा सा द पावर ऑफ अनकॉन्शियस माइंड डॉक्टर जोसेफ मर्फी जे तुहानूं कित्थों मिल जाए तो जरूर पढ़ियो द अनकॉन्शियस माइंड द पावर ऑफ अनकॉन्शियस माइंड डॉक्टर जोसेफ मर्फी वो लिखता है कि साडा जिहड़ा अनकॉन्शियस माइंड है ना ये बड़ी वड्डी ताकत हुंदी है 98% अनकॉन्शियस माइंड है जिहड़ा वर्क असीं उहदे तो लैंदे ही नहीं हैगे कॉन्शियस हुंदा चेतन मन अनकॉन्शियस माइंड होता है अचेतन मन जदों असीं सुत्ते पे भी हुंदे आ सुत्ता रहना विद्वान सज्जन बजुर्ग कहते हैं एक छोटी मौत है क्योंकि अनकॉन्शियस विच हुंदा इंसान सुत्ता पिया कि मरिया कुछ पता नहीं सवेरे उठेगा कि नहीं उठेगा कोई होश नहीं कोई होशो हवाज नहीं चेतन नहीं है मन सुत्ता पिया पर उस वेले भी जिहड़ा अनकॉन्शियस माइंड है वो लगातार वर्क कर रहा हुंदा है साडे हार्ट नूं बीट कर रहा हुंदा है साडे हार्ट नूं पंपिंग कर रहा हुंदा है हार्ट दी पंपिंग दे नाल पूरी
ਪੂਰੀ ਬੋਡੀ ਦੇ ਅੰਦਰ ਖੂਨ ਦਾ ਪ੍ਰਵਾਹ ਚੱਲ ਰਿਹਾ ਹੁੰਦਾ। ਜਿੰਨੀ ਤੇਜ਼ੀ ਦੇ ਨਾਲ ਜਾਪਾਨ ਵਿੱਚ ਦੌੜਨ ਵਾਲੀ ਬੁਲਟ ਟ੍ਰੇਨ ਦੌੜਦੀ ਹੈ, ਇਹ ਹਾਰਟ ਜਦੋਂ ਖੂਨ ਨੂੰ ਪੰਪਿੰਗ ਕਰਦਾ, ਬਲੱਡ ਨੂੰ ਪੰਪਿੰਗ ਕਰਦਾ, ਉਨੀ ਤੇਜ਼ ਗਤੀ ਦੇ ਨਾਲ 325-26 ਕਿਲੋਮੀਟਰ ਪ੍ਰਤੀ ਘੰਟੇ ਦੀ ਦਰ ਦੇ ਨਾਲ ਸਾਡਾ ਖੂਨ ਸਾਡੀਆਂ ਰਗਾਂ ਦੇ ਵਿੱਚ ਦੌੜ ਰਿਹਾ ਹੁੰਦਾ ਹੈ। ਔਰ ਉਸ ਵੇਲੇ ਤੱਕ ਜਦੋਂ ਦਾ ਅਸੀਂ ਸਵਾਸ ਲੈ ਕੇ ਪਹਿਲਾ ਸਵਾਸ ਜਨਮ ਲੈ ਕੇ ਲਿਆ ਨਾ, ਤੇ ਜਦ ਤੱਕ ਆਖਰੀ ਸਵਾਸ ਲੈਂਦੇ ਆ, ਦਿਨ ਰਾਤ ਇਹ ਅਨਕੌਂਸ਼ੀਅਸ ਮਾਈਂਡ ਚੱਲਦਾ ਹੀ ਰਹਿੰਦਾ ਹੈ, ਇਹ ਲਗਾਤਾਰ ਵਰਕ ਕਰਦਾ ਰਹਿੰਦਾ ਹੈ। ਤੇ ਅਗਰ ਇਸ ਨੂੰ ਅਨਲੌਕ ਕਰਨਾ ਹੋਵੇ ਨਾ, ਸ਼ਾਂਤ ਸਹਿਜ ਰਹੱਸ ਮਨ ਉਪਜਿਓ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਜੇ ਇਸ ਦੇ ਗੁੱਜੇ ਭੇਤ ਜਾਣਨੇ ਹੋਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ। ਦਾ ਸੀਕ੍ਰੇਟ ਆਫ ਮਾਈਂਡ, ਦਾ ਸੀਕ੍ਰੇਟ ਅਨਲੌਕਿੰਗ ਕੀ ਆਫ ਮਾਈਂਡ ਜੇ ਹੈ ਤੇ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਹੈ। ਇਹ ਮੈਂ ਗੱਲ ਤਾਂ ਕਹਿ ਰਿਹਾ, ਹਰੀ ਸਿੰਘ ਨਲਵਾ ਕੱਲਾ ਘੋੜੇ ਦੀਆਂ ਰਕਾਬਾਂ ਫੜਦਾ ਕਾਠੀ ਦੇ ਉੱਤੇ, ਜਦੋਂ ਉਹ ਰਕਾਬਾਂ ਖਿੱਚਦਾ ਹੈ ਤੇ ਕੱਲਾ ਉਹਦਾ ਘੋੜਾ ਹਵਾ ਦੇ ਨਾਲ ਗੱਲਾਂ ਨਹੀਂ ਕਰਦਾ, ਉਹ ਜੇ ਸ਼ਸਤਰ ਹੱਥ ਵਿੱਚ ਫੜ ਲੈਂਦਾ ਹੈ ਤੇ ਵੱਡੇ ਤੋਂ ਵੱਡਾ ਤਲਵਾਰਬਾਜ਼ ਉਹਦੇ ਸਾਹਮਣੇ ਨਹੀਂ ਟਿਕਦਾ। ਜੇ ਉਹ ਕਿਤੇ ਮੱਲ ਅਖਾੜਿਆਂ ਵਿੱਚ ਉਤਰਦਾ ਤੇ ਵੱਡੇ ਤੋਂ ਵੱਡਾ ਪਹਿਲਵਾਨ ਉਹਦੇ ਪੈਂਤਣਿਆਂ ਦੇ ਅੱਗੇ ਹਾਰ ਜਾਂਦਾ ਹੈ। ਕੱਲਾ ਐਸਾ ਨਹੀਂ ਹੈ, 7 ਸਾਲ ਦੀ ਉਮਰ ਦੇ ਵਿੱਚ ਇਹਦਾ ਪਿਤਾ ਦੁਨੀਆ ਦੇ ਉੱਤੋਂ ਚਲਾਣਾ ਕਰ ਗਏ, ਦੀ ਮਾਤਾ ਆਪਣੇ ਪੇਕਿਆਂ ਕੋਲ ਲੈ ਜਾਂਦੀ, ਇਹਦੇ ਮਾਮਾ ਜੀ ਨੇ ਪਰਵਰਿਸ਼ ਕੀਤੀ ਹੈ। 7 ਸਾਲ ਦੀ ਉਮਰ ਦੇ ਵਿੱਚ ਹਰੀ ਸਿੰਘ ਨਲਵੇ ਦੀ ਗੁਰਬਾਣੀ ਦੀ ਸੰਥਿਆ ਆਰੰਭ ਹੋ ਜਾਂਦੀ ਹੈ ਤੇ 13 ਸਾਲ ਦੀ ਉਮਰ ਦੇ ਵਿੱਚ ਗੁਰਮਤਿ ਦਾ ਮਾਰਤੰਡ ਗਿਆਨੀ ਕਿਹਾ ਜਾਣ ਵਾਲਾ ਬੰਦਾ ਹਰੀ ਸਿੰਘ ਨਲਵੇ ਦੇ ਨਾਲ ਗੁਰਬਾਣੀ ਦੀਆਂ ਵਿਚਾਰਾਂ ਨਹੀਂ ਕਰ ਸਕਦਾ। ਇਤਨਾ ਗੁਰਬਾਣੀ ਦਾ ਗੁਰਮਤ ਦਾ ਮਾਰਤੰਡ ਹੈ। ਜਰਮਨ ਭਾਸ਼ਾ ਜਾਣਦਾ ਹੈ, ਫਰਾਂਸੀਸੀ ਜਾਣਦਾ ਹੈ, ਫਰਾਂਸ ਦੀ ਜ਼ੁਬਾਨ ਜਾਣਦਾ ਹੈ, ਅਰਬੀ ਜਾਣਦਾ ਹੈ, ਫਾਰਸੀ ਜਾਣਦਾ ਹੈ, ਉਰਦੂ ਜਾਣਦਾ ਹੈ, ਪਾਸ਼ਤੋ ਜ਼ੁਬਾਨ ਜਿਹੜੀ ਤੋਰਾ ਬੋਰਾ ਦੀਆਂ ਪਹਾੜੀਆਂ ਦੇ ਵਿੱਚ ਅਫਰੀਦੀ ਲੋਕ ਬੋਲਦੇ ਨੇ, ਉਹ ਪਾਸ਼ਤੋ ਜ਼ੁਬਾਨ ਜਾਣਦਾ ਹੈ, ਉਹ ਸੰਸਕ੍ਰਿਤ ਜਾਣਦਾ ਹੈ, ਗੁਰਮੁਖੀ ਜਾਣਦਾ, 8-9 ਭਾਸ਼ਾਵਾਂ ਦਾ ਗਿਆਤਾ ਹੈ। ਤੇ ਕਹਿੰਦੇ ਨੇ ਭਾਵੇਂ ਉਹ ਕਸੂਰ ਹੋਵੇ, ਮੁਲਤਾਨ ਹੋਵੇ, ਦर्रा ਖੈਬਰ ਹੋਵੇ, ਪੈਸ਼ਾਵਰ ਹੋਵੇ, ਤੇ ਚਾਹੇ ਉਹ ਜ਼ਮਰੌਦ ਦਾ ਕਿਲਾ ਹੋਵੇ, ਹਰੀ ਸਿੰਘ ਨਲਵੇ ਦੇ ਨਾਲ 8-9 ਟੈਂਟ ਲੱਗਦੇ ਨੇ ਜਿਹਦੇ ਵਿੱਚ ਸਿਰਫ ਲਾਇਬ੍ਰੇਰੀ ਦੀਆਂ ਕਿਤਾਬਾਂ ਉਹਦੇ ਨਾਲ ਰਹਿੰਦੀਆਂ ਨੇ। ਉਹ ਕਸ਼ਮੀਰ ਦਾ ਗਵਰਨਰ ਬਣਿਆ ਹੋਵੇ, ਭਾਵੇਂ ਘੱਟੋ ਘੱਟ 100-150 ਖੱਚਰ ਰਹਿੰਦੀ ਹੈ ਜਿਹਦੇ ਉੱਤੇ ਉਹਦੀਆਂ ਕਿਤਾਬਾਂ ਇੱਕ ਜਗ੍ਹਾ ਤੋਂ ਜਦੋਂ ਦੂਜੀ ਜਗ੍ਹਾ ਜਾਂਦਾ ਹੈ, ਚਾਹੇ ਜੰਗ ਦਾ ਮੈਦਾਨ ਹੋਵੇ ਜਾਂ ਫਿਰ ਕਸ਼ਮੀਰ ਦਾ ਗਵਰਨਰ ਬਣਿਆ ਹੋਵੇ, ਉਹਦੇ ਨਾਲ ਇੱਕ ਬਹੁਤ ਵੱਡੀ ਕਿਤਾਬਾਂ ਦੀ ਲਾਇਬ੍ਰੇਰੀ ਰਹਿੰਦੀ ਹੈ। ਇੱਕ ਹੱਥ ਉਹਦੇ ਕਿਤਾਬ ਹੈ ਤੇ ਇੱਕ ਹੱਥ ਸ਼ਮਸ਼ੀਰ ਹੈ। ਗੁਰਮੁਖ ਪਿਆਰਿਓ, ਸਾਡੇ ਅੰਦਰ ਵੀ ਇਹ ਚਿਣਗ ਪੈਦਾ ਹੋਵੇ, ਸਾਡੇ ਬੱਚਿਆਂ 'ਚ ਚਿਣਗ ਪੈਦਾ ਹੋਵੇ ਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਇਤਿਹਾਸ ਦੇ ਨਾਲ ਜੁੜ ਸਕੀਏ। ਮੈਂ ਇਹ ਬੇਨਤੀ ਤਾਂ ਕਰ ਰਿਹਾ, ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਐਸਾ ਖਾਲਸਾ ਪੰਥ ਸਜਾ ਦਿੱਤਾ। ਧੰਨ ਗੁਰਦੇਵ ਪਿਤਾ ਮਹਾਰਾਜ ਜਿਸ ਵੇਲੇ ਇਹ ਬਾਹੀ ਟੁੱਟ ਗਈ ਹੈ ਤੇ ਅਕਰਮ ਖਾਨ ਨੇ ਰਕਾਬਾਂ ਮੋੜ ਦਿੱਤੀਆਂ ਨੇ, ਹੁਣ ਅੰਦਰ ਮਹਾ ਸਿੰਘ ਦੇ ਸਾਹਮਣੇ 2 ਮੁਸ਼ਕਲਾਂ ਸਭ ਤੋਂ ਵੱਡੀਆਂ ਆਣ ਖੜੀਆਂ ਨੇ। ਇੱਕ ਤੇ ਕੋਈ ਇਸ ਘੇਰੇ ਦੇ ਵਿੱਚੋਂ ਨਿਕਲ ਕੇ ਜਾਵੇ ਤੇ ਹਰੀ ਸਿੰਘ ਨਲਵੇ ਤੱਕ ਕੋਈ ਇਹ ਪੈਗਾਮ ਪਹੁੰਚਾ ਦੇਵੇ ਕਿ ਦੋਸਤ ਮੁਹੰਮਦ ਖਾਨ ਦੀ ਅਗਵਾਈ ਦੇ ਵਿੱਚ ਗਾਜ਼ੀਆਂ ਦੀ ਇੱਕ ਬਹੁਤ ਵੱਡੀ ਫੌਜ ਜਮਰੌਦ ਦੇ ਕਿਲੇ ਨੂੰ ਘੇਰਨ ਵਾਸਤੇ ਆ ਗਈ ਹੈ। ਹੋਇਓ ਫੁੱਲ ਜਹਾਨ ਤੇ ਖਿਲੇ ਰਹਿੰਦੇ ਤੇ ਜਿਹੜੇ ਕੰਡਿਆਂ ਨਾਲ ਗੁਜ਼ਾਰਦੇ ਨੇ, ਉਹਨਾਂ ਉੱਤੋਂ ਸਰਵਾਰ ਨੇ ਕਰੇ ਦੁਨੀਆ ਜੀ, ਉਹਨਾਂ ਉੱਤੋਂ ਸਰਵਾਰ ਨੇ ਕਰੇ ਦੁਨੀਆ ਤੇ ਜਿਹੜੇ ਕੌਮ ਦੀ ਜ਼ੁਲਫ ਸਵਾਰਦੇ ਨੇ, ਤੇ ਜਿਹੜੇ ਕੌਮ ਦੀ ਜ਼ੁਲਫ ਸਵਾਰਦੇ ਨੇ। ਸਰਦਾਰ ਮਹਾ ਸਿੰਘ ਦੇ ਕੋਲ 2 ਚੁਣੌਤੀਆਂ ਨੇ। ਇੱਕ ਤੇ ਕਿਲੇ ਦੀ ਇੱਕ ਬਾਹੀ ਨੇਸਤੋ ਨਾਬੂਦ ਹੋ ਗਈ ਹੈ ਤੇ ਜੇ ਉਹਨੂੰ ਛੇਤੀ ਤੋਂ ਛੇਤੀ ਰਾਤੋਂ ਰਾਤ ਭਰਿਆ ਨਾ ਗਿਆ ਤੇ ਕਦੋਂ ਵੀ ਗਾਜ਼ੀਆਂ ਦੀ ਸੈਨਾ ਕਿਲੇ ਦੇ ਅੰਦਰ ਵੜ ਸਕਦੀ ਹੈ। ਇੱਕ ਕਿਲਾ ਹੀ ਹੈ ਜਿਹੜਾ ਉਹਨਾਂ ਨੂੰ ਅੰਦਰ ਬਚਾ ਕੇ ਬੈਠਾ ਹੋਇਆ ਹੈ, ਤੇ ਜੇ ਉਹ ਬਾਹੀ ਰਾਤੋਂ ਰਾਤ ਪੂਰੀ ਨਾ ਕੀਤੀ ਗਈ ਤੇ ਸਵੇਰੇ ਹੁੰਦੇ ਹੀ, ਅੰਮ੍ਰਿਤ ਵੇਲਾ ਹੁੰਦਿਆਂ ਹੀ ਉਹ ਹਜ਼ਾਰਾਂ ਦੀ ਸੈਨਾ ਇੱਕੋ ਝਟਕੇ ਦੇ ਵਿੱਚ ਕਿਲੇ ਦੇ ਅੰਦਰ ਵੜ ਸਕਦੀ ਹੈ। ਦੂਜਾ ਸਭ ਤੋਂ ਵੱਡਾ ਚੁਣੌਤੀ ਭਰਾ ਕੰਮ ਇਹ ਹੈ ਕਿ ਇਸ ਘੇਰੇ ਦੇ ਵਿੱਚੋਂ ਕੋਈ ਮਰਦ ਸੂਰਮਾ ਨਿਕਲ ਕੇ ਜਾਵੇ ਤੇ ਹਰੀ ਸਿੰਘ ਨਲਵੇ ਨੂੰ, ਜਿਹੜਾ 12 ਮੀਲ ਦੂਰ ਬੈਠਾ ਹੈ ਪੈਸ਼ਾਵਰ ਦੇ ਕਿਲੇ ਦੇ ਵਿੱਚ, ਉਹਦੇ ਕੋਲ ਸੁਨੇਹਾ ਪਹੁੰਚਾ ਦੇਵੇ ਕਿ ਜ਼ਮਰੌਦ ਦੇ ਕਿਲੇ ਦੇ ਉੱਤੇ ਹਮਲਾ ਹੋ ਗਿਆ ਹੈ। ਕਹਿੰਦੇ
ਹਰੀ ਸਿੰਘ ਨਲਵੇ ਦੀ ਇੱਕ ਮੂੰਹ ਬੋਲੀ ਪੁੱਤਰੀ ਜਿਹਦਾ ਨਾਮ ਵੇਖੋ, ਇੱਥੇ ਮਾਈ ਭਾਗੋ ਵੀ ਹੈ, ਇੱਥੇ ਭੈਣ ਨਾਨਕੀ ਵੀ ਹੈ, ਇੱਥੇ ਮਾਤਾ ਭਾਨੀ ਵੀ ਹੈ। ਸਾਡਾ ਸਿੱਖ ਇਤਿਹਾਸ ਜਿੱਥੇ ਸੂਰਬੀਰ ਯੋਧਿਆਂ ਤੇ ਸੂਰਮਿਆਂ ਦੇ ਨਾਲ ਭਰਿਆ, ਉੱਥੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਆਪਣੇ 1.5 2-2 ਸਾਲ ਬੱਚਿਆਂ ਦੀ ਨਿੱਕੇ ਨਿੱਕੇ ਟੁਕੜੇ ਕਰਕੇ ਗਲਾਂ 'ਚ ਹਾਰ ਪਵਾ ਕੇ ਬੈਠਣ ਵਾਲੀਆਂ ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ ਵੀ ਨੇ, ਜਿਨ੍ਹਾਂ ਵਾਸਤੇ ਤਵਾਰੀਖ ਦੇ ਪੰਨਿਆਂ ਦੇ ਉੱਤੇ ਇਤਿਹਾਸ ਨੇ ਕਹਿ ਦਿੱਤਾ, ਮੰਨੂ ਸਾਡੀ ਦਾਤੜੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਉਹ ਵੀ ਤਵਾਰੀਖ ਦੇ ਪੰਨਿਆਂ ਦੇ ਉੱਤੇ ਲਿਖਿਆ ਗਿਆ। ਇਹ ਬੀਬੀ ਹਰਸ਼ਰਨ ਕੌਰ ਹੈ, ਇਹ ਹਿੰਦੂਆਂ ਦੀ ਬੇਟੀ ਸੀ ਤੇ ਮਿਚਨੀ ਦੇ ਕੁਝ ਪਠਾਨ ਆਏ, ਇਹਦਾ ਸਜਰਾ ਡੋਲਾ ਜਾ ਰਿਹਾ ਸੀ ਤੇ ਇਸ ਨੂੰ ਇਸ ਦੇ ਪਤੀ ਦੇ ਕੋਲੋਂ ਤੇ ਬਰਾਤ ਦੇ ਵਿੱਚੋਂ ਕੱਢ ਕੇ ਲੈ ਗਏ। ਜੇ ਕਿਸੇ ਨੇ ਆ ਕੇ ਹਰੀ ਸਿੰਘ ਨਲਵੇ ਨੂੰ ਦੱਸਿਆ ਤੇ ਹਰੀ ਸਿੰਘ ਨਲਵੇ ਨੇ ਰੌਬ ਦੇ ਨਾਲ ਆਖਿਆ ਕਿ ਸਰਕਾਰੇ ਖਾਲਸਾ ਦੇ ਰਾਜ ਦੇ ਵਿੱਚ ਅੱਜ ਵੀ ਪਠਾਨਾਂ ਦੀ ਇਹ ਔਕਾਤ ਕਿ ਕਿਸੇ ਹਿੰਦੂ ਭੈਣ ਨੂੰ ਇਸ ਤਰ੍ਹਾਂ ਡੋਲੇ, ਜੇ ਦਿਨੇ ਦਿਹਾੜੇ ਲੁੱਟ ਕੇ ਲਿਜਾਣ ਲੱਗੇ ਤੇ ਫਿਰ ਮਿੱਟੀ 'ਚ ਮਿਲ ਜਾਏਗਾ ਸਰਕਾਰੇ ਖਾਲਸਾ ਦਾ ਨਾਮ। ਹਰੀ ਸਿੰਘ ਨਲਵੇ ਨੇ ਘੋੜੇ ਦੇ ਉੱਤੇ ਕਾਠੀ ਪਾਈ ਹੈ ਤੇ ਜਾ ਕੇ ਇਸ ਧੀ ਨੂੰ ਛਡਾ ਕੇ ਲੈ ਕੇ ਆਇਆ। ਜਦੋਂ ਛਡਾ ਕੇ ਲੈ ਕੇ ਆਇਆ, ਇਹ ਦੋਨੇ ਹੱਥ ਜੋੜ ਕੇ ਕਹਿੰਦੀ ਹੈ, ਪਿਤਾ ਸ਼੍ਰੀ ਹੁਣ ਮੇਰਾ ਮਨ ਨਹੀਂ ਕਰਦਾ, ਤੁਸੀਂ ਮੇਰੇ ਪਿਤਾ ਹੋ। ਜਦੋਂ ਮੇਰਾ ਸੱਕਾ ਪਿਓ ਮੇਰਾ ਸਾਥ ਛੱਡ ਗਿਆ, ਉਸ ਵੇਲੇ ਤੁਸੀਂ ਪਿਤਾ ਬਣ ਕੇ ਧੀ ਦੇ ਸਿਰ ਦੇ ਉੱਤੇ ਹੱਥ ਰੱਖੇ ਹੈ। ਮੈਂ ਵੀ ਦਸ਼ਮੇਸ਼ ਪਿਤਾ ਦੇ ਅੰਮ੍ਰਿਤ ਪਾਨ ਕਰਨਾ ਚਾਹੁੰਦੀ ਹਾਂ। ਇਹਦੇ ਤੇ ਇਹਦੇ ਘਰ ਵਾਲੇ ਨੇ ਅੰਮ੍ਰਿਤ ਪਾਨ ਕੀਤਾ, ਇਹ ਮੂੰਹ ਬੋਲੀ ਬੇਟੀ ਬਣ ਗਈ ਹਰੀ ਸਿੰਘ ਨਲਵੇ ਦੀ। ਤੇ ਜਿਸ ਵੇਲੇ ਤਵਾਰੀਖ ਦੇ ਪੰਨੇ ਇਤਿਹਾਸ ਵਿੱਚ ਕਹਿੰਦੇ ਨੇ ਜਮਰੌਦ ਦੇ ਕਿਲੇ ਨੂੰ ਘੇਰਾ ਪਿਆ, ਉਸ ਵੇਲੇ ਇਹ ਬੇਟੀ, ਇਹ ਹਰੀ ਸਿੰਘ ਨਲਵੇ ਦੀ ਧੀ ਵੀ ਜਰਨੈਲ ਮਹਾ ਸਿੰਘ ਦੀ ਅਗਵਾਈ ਦੇ ਹੇਠ ਜਮਰੌਦ ਦੇ ਕਿਲੇ ਦੇ ਅੰਦਰ ਹੈ। ਜਦੋਂ ਮਹਾ ਸਿੰਘ ਨੇ ਆਖਿਆ ਕਿ ਕੋਈ ਮਰਦ ਸੂਰਮਾ ਉੱਠੇ ਤੇ ਜਾ ਕੇ ਹਰੀ ਸਿੰਘ ਨਲਵੇ ਨੂੰ ਸੰਦੇਸ਼ ਦੇਵੇ, ਇਹ ਬੀਬੀ ਖੜੀ ਹੋਈ ਹੈ, ਇਹਨੇ ਜਕਾਰਾ ਮਾਰਿਆ ਤੇ ਦੋਨੇ ਹੱਥ ਜੋੜ ਕੇ ਕਹਿੰਦੀ ਹੈ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਹਰੀ ਸਿੰਘ ਨਲਵੇ ਆਪਣੇ ਪਿਤਾ ਸ਼੍ਰੀ ਨੂੰ ਮੈਂ ਪੈਗਾਮ ਜਾ ਕੇ ਪਹੁੰਚਾਵਾਂਗੀ। 2-4 ਸਿੰਘ ਖੜੇ ਹੋਏ, ਉਹਨਾਂ ਨੇ ਬੀਬੀ ਜੀ ਦੀ ਗੱਲ ਕੱਟ ਦਿੱਤੀ ਹੈ। ਉਹ ਕਹਿੰਦੇ ਧੀਆਂ ਤੇ ਭੈਣਾਂ ਦੀ ਇੱਜ਼ਤ ਬਹੁਤ ਵਡੇਰੀ ਹੈ ਸਾਡੇ ਲਈ, ਤੁਸੀਂ ਜੰਗ ਦੇ ਮੈਦਾਨ ਵਿੱਚ ਨਹੀਂ ਜਾਓਗੇ। ਬੀਬੀ ਜੀ ਨੇ ਜਿਹੜੀ ਦਲੀਲ ਦਿੱਤੀ ਹੈ ਉਹ ਮੇਰੀਆਂ ਭੈਣਾਂ ਵਾਸਤੇ ਆਪਣੇ ਕੋਲ ਲਿਖ ਕੇ ਸਾਂਭ ਕੇ ਰੱਖਣ ਦੀ ਗੱਲ ਹੈ। ਉਹ ਕਹਿੰਦੇ ਮੈਂ ਤੁਹਾਡੀ ਗੱਲ ਮੰਨਦੀ ਹਾਂ ਕਿ ਧੀਆਂ ਤੇ ਭੈਣਾਂ ਦੀ ਇੱਜ਼ਤ ਬਹੁਤ ਵਡੇਰੀ ਹੈ, ਪਰ ਮੈਨੂੰ ਇੱਕ ਗੱਲ ਦੱਸ ਦਵੋ, ਜਿਸ ਦਿਨ ਸਨ 1699 ਦੀ ਵਿਸਾਖੀ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਬਣਾਇਆ ਸੀ, ਉਸ ਦਿਨ ਉਹ ਅੰਮ੍ਰਿਤ ਭੈਣਾਂ ਲਈ ਹੋਰ ਸੀ, ਭਰਾਵਾਂ ਲਈ ਹੋਰ ਸੀ। ਇੱਕੋ ਬਾਟੇ ਦੇ ਵਿੱਚੋਂ ਭੈਣਾਂ ਨੂੰ ਵੀ ਅੰਮ੍ਰਿਤ ਛਕਾਇਆ ਨਾ। ਤੇ ਜੇ ਤੁਹਾਡੇ ਅੰਦਰ ਚਿੜੀਆਂ ਤੋਂ ਬਾਜ ਤੜਾਉਣ ਦੀ ਦਲੇਰੀ ਭਰੀ ਹੈ, ਜੇ ਤੁਹਾਨੂੰ ਸਿੰਘ ਦਾ ਖਿਤਾਬ ਦਿੱਤਾ ਹੈ ਤੇ ਸਾਨੂੰ ਵੀ ਖੋਰ ਦਾ ਖਿਤਾਬ ਦਿੱਤਾ ਹੈ। ਅਸੀਂ ਤੁਹਾਡੇ ਨਾਲੋਂ ਕਿਸੇ ਗੱਲੋਂ ਘੱਟ ਨਹੀਂ। ਖਾਲਸਾ ਜੀ ਫਿਕਰ ਨਹੀਂ ਕਰਨੀ, ਡਰ ਨਹੀਂ ਕਰਨੀ, ਮੈਂ ਲਾਡਲੀ ਫੌਜ ਹਾਂ ਗੁਰੂ ਗੋਬਿੰਦ ਸਿੰਘ ਦੀ। ਇਹ ਪਾਸ਼ਤੋ ਜ਼ੁਬਾਨ ਜਾਣਦੀ ਸੀ ਜਾਂ ਹਰੀ ਸਿੰਘ ਨਲਵਾ ਅਫਰੀਦੀਆਂ ਦੀ ਜ਼ੁਬਾਨ ਪਾਸ਼ਤੋ ਜਾਣਦਾ ਸੀ ਜਾਂ ਇਹ ਬੀਬੀ ਜਾਣਦੀ ਸੀ, ਕਿਉਂਕਿ ਇਹਦੀ ਪਰਵਰਿਸ਼ ਮਿਚਨੀ ਦੇ ਇਲਾਕੇ ਦੇ ਵਿੱਚ ਹੋਈ ਸੀ, ਜਿਹੜੀ ਦर्रा ਖੈਬਰ ਦੇ ਬਿਲਕੁਲ ਨਾਲ ਲੱਗਦਾ ਹੈ। ਪੈਸ਼ਾਵਰ ਤੇ दर्रा ਖੈਬਰ ਦੇ ਨਾਲ ਮਿਚਨੀ ਇੱਕ ਇਲਾਕਾ ਪੈਂਦਾ। ਮਿਚਨੀ ਦੇ ਵਿੱਚ ਵੀ ਇੱਕ ਕਿਲਾ ਹਰੀ ਸਿੰਘ ਨਲਵੇ ਨੇ ਉਸਾਰਿਆ ਸੀ। ਗੁਰਮੁਖ ਪਿਆਰਿਓ, ਇਸ ਨੇ ਹਰਾ ਲਿਬਾਸ ਪਾਇਆ, ਆਪਣੇ ਕੱਪੜੇ ਪਿੱਛੇ ਛੱਟ ਲਏ, ਆਪਣੇ ਵਾਲ ਜਿਹੜੇ ਨੇ ਉਹ ਪਿੱਛੇ ਖਿਲਾਰ ਲਏ ਨੇ, ਹਰੇ ਕੱਪੜੇ ਪਾਏ ਨੇ, ਘੋੜੇ ਦੇ ਉੱਤੇ ਪਾਈ ਆ ਕਾਠੀ ਤੇ ਇਹ ਜਮਰੌਦ ਦੇ ਕਿਲੇ ਦੇ ਵਿੱਚੋਂ ਨਿਕਲ ਗਈ ਆ। ਇਹ ਪੈਸ਼ਾਵਰ ਪਹੁੰਚੀ ਹਰੀ ਸਿੰਘ ਨਲਵੇ ਦੇ ਕੋਲ। ਹਰੀ ਸਿੰਘ ਨਲਵਾ ਬਹੁਤ ਸਖਤ ਬਿਮਾਰ ਪਿਆ ਤੇ ਵੈਦ ਉਸ ਨੂੰ ਉਸ ਵੇਲੇ ਦਵਾਈ ਦੇ ਰਿਹਾ। ਜਿਸ ਵੇਲੇ ਬੀਬੀ ਹਰਸ਼ਰਨ ਕੌਰ ਨੇ ਉਹ ਸੰਦੇਸ਼, ਉਹ ਪੈਗਾਮ ਜਿਹੜਾ ਮਹਾ ਸਿੰਘ ਨੇ ਭੇਜਿਆ ਸੀ, ਉਹ ਪੈਗਾਮ ਪੜ੍ਹ ਕੇ ਸੁਣਾਇਆ ਕਿ ਇਸ ਵੇਲੇ ਜਮਰੌਦ ਦੇ ਕਿਲੇ ਦੇ ਉੱਤੇ ਭਾਰੀ ਵਿਪਤਾ ਆ ਗਈ ਹੈ। ਇਸ ਵੇਲੇ ਦੋਸਤ ਮੁਹੰਮਦ ਖਾਨ ਤੇ ਜਰਨੈਲ ਸੰਮੀ ਖਾਨ ਬਹੁਤ ਵੱਡੀ ਫੌਜ ਲਸ਼ਕਰ ਲੈ ਕੇ ਸਾਡੇ ਉੱਤੇ ਆ ਕੇ ਟੁੱਟ ਪਿਆ। ਇਹ ਹਰੀ ਸਿੰਘ ਨਲਵਾ, ਜਿਸ ਨੂੰ ਵੈਦ ਕਹਿ ਰਿਹਾ ਸੀ ਕਿ ਅਗਲੇ 10-15 ਦਿਨਾਂ ਤੱਕ ਤੂੰ ਮੰਜੇ ਤੋਂ ਉੱਠ ਵੀ ਨਹੀਂ ਸਕਦਾ, ਤੈਨੂੰ ਵੈਦ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਇਸ ਹਰੀ ਸਿੰਘ ਨਲਵੇ ਨੂੰ ਕਹਿੰਦਾ ਹੈ ਤੇਰੀ ਜ਼ਿੰਦਗੀ ਦੀ ਕੌਮ ਨੂੰ ਬੜੀ ਜ਼ਰੂਰਤ ਹੈ। ਤੇ ਹਰੀ ਸਿੰਘ ਨਲਵਾ ਛਾਲ ਮਾਰ ਕੇ ਉੱਠਿਆ, ਕਹਿੰਦਾ ਵੈਦ ਜੀ ਤੁਸੀਂ ਸੱਚ ਕਹਿੰਦੇ ਹੋ, ਮੇਰੀ ਕੌਮ ਨੂੰ ਮੇਰੀ ਜ਼ਿੰਦਗੀ ਦੀ ਬੜੀ ਜ਼ਰੂਰਤ ਹੈ। ਇਸੇ ਕਰਕੇ ਮੈਂ ਜਾਣ ਲੱਗਿਆ। ਇਹ ਪੈਗਾਮ ਸੁਣਿਆ, ਉਹਨੇ ਪੈਗਾਮ ਲਿਖਿਆ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਕਿ ਮੈਂ ਤੈਨੂੰ ਪਹਿਲਾਂ ਵੀ ਚਿੱਠੀਆਂ ਭੇਜ ਚੁੱਕਿਆ ਕਿ ਦੋਸਤ ਮੁਹੰਮਦ ਖਾਨ ਦੀ ਨੀਅਤ ਮੈਨੂੰ ਬੇਈਮਾਨੀ ਲੱਗਦੀ ਹੈ। ਜਿਹੜਾ 1836 ਵਿੱਚ ਆਪਾਂ ਜਮਰੌਦ ਦਾ ਕਿਲਾ ਉਸਾਰਿਆ, ਉਹਨਾਂ ਦੇ ਹਿੱਕ ਤੇ ਦੀਵਾ ਬਾਲਣ ਦੀ ਗੱਲ ਹੈ ਤੇ ਮੈਂ ਚਿੱਠੀਆਂ ਪਹਿਲਾਂ ਵੀ ਲਿਖ ਚੁੱਕਿਆ, ਪਰ ਤਵਾਰੀਖ ਦੇ ਪੰਨੇ ਕਹਿੰਦੇ ਨੇ ਡੋਗਰਿਆਂ ਨੇ ਉਹ ਚਿੱਠੀਆਂ ਹਰੀ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਣ ਹੀ ਨਹੀਂ ਦਿੱਤੀਆਂ। ਇਹਨੇ ਇੱਕ ਸੰਦੇਸ਼ ਫੇਰ ਲਿਖਿਆ। ਇਹਨੇ ਅੱਜ ਪਹਿਲੀ ਵਾਰ ਤਵਾਰੀਖ ਦੇ ਪੰਨਿਆਂ ਦੇ ਉੱਤੇ ਚਿੱਟਾ ਚੋਲਾ ਮੰਗਾਇਆ ਹੈ, ਚਿੱਟਾ ਬਾਣਾ ਮੰਗਾਇਆ ਹੈ।
अज इस सूरमे ने चिट्टा बाणा अपने तन ते सजाया ते चिट्टी दस्तार बन्नी है, चिट्टा दमाला सजाया, उहदे उत्ते सजाए ने 40 चक्कर ते संजो लोहे दी इसने अपने सारे शरीर नूं लोहे दे नाल मड़ लिया, घोड़े दे उत्ते पवाई है काठी ते बीबी हरशरण कौर नूं कहण लग्या हुण धीए मैं जाण लग्या जंग दे मैदान दे विच, आओ काव्य रचना साके दे रूप दे विच हरी सिंह नलवे ने तैयारी कर ली है ते ओह जमरौद दे वल कूच करन लगे है। काव्य रचना दे रूप च इउं कह रहे हैं। रख रकाबे पैर सिंह घोड़े दे चढ़िया, रख रकाबे पैर सिंह घोड़े ते चढ़िया, सिर तो पैरां तक सी लोहे नाल मड़िया, सिर तो पैरां तक सी लोहे नाल मड़िया। रख रकाबे पैर सिंह सोने ते चढ़िया, रख रकाबे पैर सिंह घोड़े ते चढ़िया, सिर तो पैरां तक लोहे नाल मड़िया, सिर तो पैरां तक लोहे नाल मड़िया। सिर तो पैरां तक लोहे नाल मड़िया, सिर तो पैरां तक लोहे नाल मड़िया, दो तारा फौलाद दा हथ खंडा फड़िया, दो तारा फौलाद दा हथ खंडा फड़िया। दो तारा फौलाद हथ खंडा फड़िया, दो तारा फौलाद हथ खंडा फड़िया, जिनू कर कर मेहनत उस्तादा कड़िया, जिनू कर कर मेहनत उस्तादा कड़िया। जिनू कर कर मेहनत उस्तादा कड़िया, जिनू कर कर मेहनत उस्तादा कड़िया, एक दो दो कर छड्डिया जो अगे अड़िया, एक दो दो कर छड्डिया जो अगे अड़िया, एक दो दो कर छड्डिया जो अगे अड़िया। हो 10,000 सिख फौजी लैके हरी सिंह नलवा वो जमरौद के किले, ये 12 कुछ मील पैंदा पेशावर तो दक्षिण पश्चिम की गुट दे विच, जिथे जमरौद का किला पेशावर तो 12 मील पैंदा। 10,000 सिख फौजी लैके ते इन्हें जिहड़ा संदेश महाराजा रणजीत सिंह के नाम भेजे वो फिर महाराजे तक नहीं पहुँचण दिता। सानू जदों मरवाया ना साडे अपणियां ने मरवाया। वो विद्वान सज्जण ने बड़े प्यारे बोल लिखे ने, जे अकाली फूला सिंह नूं नशहरे की लड़ाई दे विच शहीद करवाया ते वो डोगरियां की सियासत ने कराया, जे
हरी सिंह नलवे नूं जमरौद दे विच शहीद कराया ते डोगरियां दी सियासत ने कराया। जे महाराजा रणजीत सिंह संसार तो गया ते उस दे हकूमत दे विच 49 साल दे राज विच कदे किसी हिंदू मुसलमान सिख गैर मजहबी नूं भी फांसी दी सज़ा नहीं दित्ती गई, मौत दी सज़ा नहीं दित्ती गई। पर उहदियां अखां मीटण दी देर सी। 1.5 साल दे अंदर उहदे घर परिवार दे 18 जी कतल कर दिते गए उसे लाहौर दे दरबार दे विच, जिस लाहौर दे दरबार दे विचों कदे किसी नूं मौत दी सज़ा नहीं सी दित्ती गई। उहदी हुकूमत दे अंदर सरकारे खालसा दे विच गुरमुख प्यारिओ चिट्ठियां गईयां पर वो चिट्ठियां महाराजे तक पहुंचियां नहीं, क्योंकि ये डोगरे भरावां ने पहुंचण नहीं दित्तियां। वो एक विद्वान सज्जण दे बड़े प्यारे बोल ने, भावें उस समय की गल होवे ते भावें अज 21वीं सदी की गल होवे, जदों संत ज्ञानी जरनैल सिंह खालसा भिंडरां वालियां दी शहादत होई होवे, बगानियां ने नहीं कदे मारिया, जे मारिया अपनियां ने मारिया। वो विद्वान सज्जण कहंदा रुख रो पिया कुहाड़े हथ वेख दस्ता, वो रुख रो पिया कुहाड़े हथ वेख दस्ता, जे टक जड़ा नूं लाया ता अपने ने। कुहाड़े दे हाथी जिहड़ा हाथी काम करदी है ना, वो पेड़ दियां आंदरां ही हुंदियां, लकड़ दे नाल ही बनदा है। वो कहंदा कुहाड़े नूं वेख के रुख रो पिया, जे आईयां ने मैनू वड्डण, मैनू वड्ड नहीं सी सकदा कदे भी कुहाड़ा, जे जद तक लकड़ दा दस्ता उहदे विच काम ना करदा। इस करके विद्वान सज्जण कहंदा है रुख रो पिया कुहाड़े हथ वेख दस्ता, जे टक जड़ा नूं लाया ता अपने ने। वो बुलबुल रो पई मालन हथ वेख सूई, जे छेक फुल्लां विच पाया ता अपने ने। वो कहंदा मुर्दा रो पिया दगे दी वेख दुनिया, जे लांबू चिथा नूं लाया ता अपने ने। कहंदे वड्डा बेटा ही चिखा नूं अग लांदा है ते लाश रो पई भुब्बा मार के मेरे अपने ने मैनू अग लानी है और दूजे ने नहीं। वो कहंदा सोल छोटे साहिबजादियां नूं जे नीहां विच चिणवाया ता अपने ने। गंगू ने चिणवाया ना, जे सानू मारिया तो अपनिया ने मारिया, डोगरे भरावां ने पहुंचण नहीं दित्ती। वो चिट्ठियां पहुंचियां ही नहीं महाराजे रणजीत सिंह तक, उन्होंने लुका के रख लिया। खैर दूजे पासे महाराजा रणजीत सिंह ते धन गुरु कलगीधर पिता महाराज दा बब्बर शेर हरी सिंह नलवा 10,000 की अगवाई दे विच घोड़े दौड़ाउंदा होया पेशावर तो पहुंचे जमरौद दे विच। इन्हें 3 हिस्सियां दे विच अपनी 10,000 की फौज गिणती मिणती दे नाल दोने तिन्ने पासों घेरा पाने वास्ते भेज दित्ती। एक पासे निधान सिंह पंज था, एक पासे सरदार नोद सिंह ते तीजे पासे हरी सिंह नलवा ते चौथे पासे सामने सी जमरौद दा किला। बाकी तिन्ना पासियां तो इन्होंने घेरा पा दिता है। जदों किले दे अंदर बैठे सिख फौजियां नूं पता लग्या कि हरी सिंह नलवा आ गया है, उन्हां बड़े सोहणे हाल दे जकारियां दे नाल आसमान गुंजा दिता ते दूजे पासे हैदरी निशान दी अगवाई दे विच आए ओ गाजी ओ मुलाने ओ दोस्त मुहम्मद खां दे 25 पुत्तर, जिन्हां नूं पता लग्या उत्थे इक्को आवाज़ सुन रही सी हरिया रागले हरिया रागले हरिया रागले, भाव हरी सिंह आ गया। उन्हां दा अद्धा हौसला ते उत्थे ही परस्त हो गया। दोने पासे खंडे दे खंडा खड़क रहे हैं, तोपां दे गोले चल रहे ने। एक आधा विद्वान कहंदा दगड़ दगड़ घोड़े भजदे मैदान विच, धड़क धड़ धड़ तोपा चलिया, पटक पटक सूर में डिगदे जमीन ते खटक तेगा ढाला उत्ते खलिया, झटक 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 झटकाए दायरे दे। दूजे पासे हरी सिंह नलवा लेके सच्चे पातशाह दा नाम गगन दा मामा बाजिओ पर निशाना है कहो कमांडियो सूरमा आप सूरा सो पहचानी है जो लड़े तीर का है तो पुरजा कट मरे कबू न छाड़े है तो मैदान दे अंदर ए हो जा। झटपट कीतियां तैयारियां हो सतगुरु मेरा कलगी होया पंथरा मालका जी ओटा तेरिया। सिंघा झटपट कीतियां तैयारियां
ਹੀਰਾ ਝਟਪਟ ਕੀਤੀਆਂ ਤਿਆਰੀਆਂ ਜੋ ਤਾਂ ਧੋਸਿਆਂ ਤੇ ਦਿੱਤੀਆਂ ਨੇ ਲਾ 10,000 ਦੀ ਪਛਾਣ ਸੀ आज 10,000 ਦੀ ਪਛਾਣ ਸੀ 40 ਦਿੱਤੇ ਨੇ ਮੈਦਾਨੇ ਵੱਲ ਪਾ ਅੱਜ ਵਜੇ ਮੈਦਾਨ ਬਰਾਏ पंज बजदे नु पंज जमराज गए रातों रात सिंहपुर ने मकान छड़े जाए के हो मेरी दाद छड़े जाए के जकारे हरी सिंह ने हो दिती रोब नाल धरती कमा उधर दुश्मना नु सोग पिया शीतला शीतला दुश्मना नु सोग पिया शीतला हो काला रूप बन के याद रब्बा जग रहिंदियां मरदा तेरी जग विच रहिंदा हरीसियां तेरियां हो जी हां मारा तुरिया जा हो ਜਦੋਂ ਹਰੀ ਸਿੰਘ ਨਲਵਾ ਉਹਨਾਂ ਗਾਜ਼ੀਆਂ ਨੂੰ ਪੈ ਗਿਆ ਜਾ ਕੇ ਤੇ ਜਿੱਥੇ ਸਮੀ ਖਾਂ ਜਰਨੈਲ ਨਾਲ ਉਹਦਾ ਟਾਕਰਾ ਹੋਇਆ ਇਹਦੇ ਟਾਕਰੇ ਦੇ ਨਾਲ ਜਰਨੈਲ ਸਮੀ ਖਾਂ ਜ਼ਮੀਨ ਦੇ ਉੱਤੇ ਡਿੱਗਾ ਉਹਦੀ ਲੋਥ ਪਈ ਵੇਖ ਕੇ ਜਿੰਨੇ ਗਾਜ਼ੀ ਸਨ ਉਹ ਨੱਠ ਖੜੇ ਹੋਏ ਵਾਪਸ ਦਰਾ ਖੈਬਰ ਦੇ ਰਾਹੀਂ ਵਾਪਸ ਜਾ ਰਹੇ ਨੇ ਤੇ ਨਿਧਾਨ ਸਿੰਘ ਪੰਜ ਹੱਥਾਂ ਨਿਹੰਗ ਸਿੰਘ ਉਹਨੂੰ ਕਹਿੰਦੇ ਨੇ ਜਿਹਦਾ ਇੱਕ ਹੱਥ ਨਾ ਹੋਵੇ ਆਪਾਂ ਕਹਿੰਦੇ ਆ ਵੀ ਟੁੰਡਾ ਹੋ ਗਿਆ ਵੀ ਇਹਦਾ ਇੱਕ ਹੱਥ ਹੈ ਪਰ ਜਿਹੜਾ ਗੁਰੂ ਖਾਲਸੇ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਿਹੰਗਾਂ ਸਿੰਘਾਂ ਨੇ ਬੋਲੇ ਰੱਖੇ ਨਾ ਉਹ ਮਿਰਚਾਂ ਨੂੰ ਕਹਿੰਦੇ ਨੇ ਲੜਾਕੀਆਂ ਚੜ੍ਹਦੀ ਕਲਾ ਦੇ ਬੋਲੇ ਗੁਰਮੁਖ ਪਿਆਰਿਓ ਆਪਾਂ ਢੈਂਦੀ ਕਲਾ ਦੀ ਗੱਲ ਕਰਦੇ ਆ ਭੁੱਜੇ ਹੋਏ ਛੋਲੇ ਖਾਣੇ ਸਾਗ ਪੱਤ ਖਾਣਾ ਜੰਗਲਾਂ 'ਚ ਰਹਿਣਾ ਘੋੜੇ ਦੀਆਂ ਕਾਠੀਆਂ ਦੇ ਉੱਤੇ ਟਿਕਾਣਾ ਰੱਖਣਾ ਤੇ ਭੁੱਜੇ ਹੋਏ ਛੋਲੇ ਖਾਣੇ ਤੇ ਕਹਿਣਾ ਅਸੀਂ ਬਦਾਮ ਖਾਦੇ ਨੇ ਬਦਾਮਾਂ ਦੇ ਫੱਕੇ ਕਿਉਂਕਿ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਾਗ ਪੱਤ ਖਾਵਣਾ ਤੇ ਰਹਿਣਾ ਵਿੱਚ ਜੰਗਲਾਂ ਦੇ 9 ਲੱਖੇ ਹਾਰ ਵੀ ਹੰਡਾਏ ਤੇਰੇ ਖਾਲਸੇ ਪਰ ਤਵਾਰੀਖ ਦੇ ਪੰਨਿਆਂ ਦੇ ਵਿੱਚ ਉਹ ਸਮਾਂ ਵੀ ਆਇਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਡੋਲੇ ਦੇ ਨਾਲ ਕੋਹੀਨੂਰ ਹੀਰਾ ਬੰਨ ਕੇ ਰੱਖਿਆ ਦੁਨੀਆ ਨੂੰ ਇਹ ਪੈਗਾਮ ਦੇਣ ਵਾਸਤੇ ਕਿ ਜੇ ਕਿਸੇ ਵਿੱਚ ਹਿੰਮਤ ਹੈ ਤੇ ਮੇਰੇ ਬਾਹੂਬਲ ਦੇ ਜ਼ੋਰ ਨਾਲ ਮੈਂ ਇਹ ਕੋਹੀਨੂਰ ਹੀਰਾ ਆਪਣੇ ਡੋਲੇ ਨਾਲ ਬੰਨਿਆ ਜੇ ਕਿਸੇ ਮਰਦ ਵਿੱਚ ਤਾਕਤ ਹੈ ਮੇਰੇ ਤੋਂ ਖੋ ਕੇ ਵਿਖਾ ਲਵੇ ਗੁਰਮੁਖ ਪਿਆਰਿਓ ਤਵਾਰੀਖ ਦੇ ਪੰਨੇ ਕਹਿੰਦੇ ਨੇ ਨਿਧਾਨ ਸਿੰਘ ਪੰਜ ਹੱਥਾਂ ਜਦੋਂ ਦੌੜਦੇ ਵਾਪਸ ਜਾ ਰਹੇ ਗਾਜ਼ੀ ਭੱਜਦੇ ਜਾ ਰਹੇ ਨੇ ਤੇ ਉਹ ਦर्रा ਖੈਬਰ ਦੇ ਰਾਸਤੇ ਵਾਪਸ ਉਹਨਾਂ ਦਾ ਪਿੱਛਾ ਕਰਦਾ ਦੌੜਦਾ ਜਾਂਦਾ ਤੇ दर्रा ਖੈਬਰ ਤੋਂ ਬਹੁਤ ਅੰਦਰ ਕਾਬਲ ਵੱਲ ਵੜ ਗਿਆ ਤੇ ਕਹਿੰਦੇ ਹਰੀ ਸਿੰਘ ਨਲਵਾ ਜਿਸ ਨੂੰ ਇਹ ਪਤਾ ਲੱਗਿਆ ਵੀ ਮੇਰਾ ਇੱਕ ਜਰਨੈਲ ਨਿਧਾਨ ਸਿੰਘ ਪੰਜ ਹੱਥਾਂ ਬੜਾ ਦਿਲੋਂ ਪਿਆਰ ਕਰਦਾ ਸੀ ਵੀ ਉੱਥੇ ਗਿਆ ਤੇ ਹਰੀ ਸਿੰਘ ਨਲਵਾ ਵੀ ਆਪਣੇ ਘੋੜੇ ਦੀਆਂ ਰਕਾਬਾਂ ਉਹਨੇ ਮੂੰਹ ਮੋੜਿਆ ਘੋੜੇ ਦਾ ਤੇ ਉਹ ਵੀ ਦर्रा ਖੈਬਰ ਵੱਲ ਦੌੜਿਆ ਕਿ ਨਿਧਾਨ ਸਿੰਘ ਪੰਜ ਹੱਥਾਂ ਕਿੱਥੇ ਇਕੱਲਾ ਨਾ ਰਹਿ ਜਾਏ ਤੇ ਜਿਹੜੀ ਤਵਾਰੀਖ ਦੇ ਪੰਨਿਆਂ ਦੇ ਵਿੱਚ ਇਤਿਹਾਸਕਾਰ ਕਹਿੰਦੇ ਨੇ ਕਿਸੇ ਬਗਾਨੇ ਨੇ ਨਹੀਂ ਮਾਰੀ ਗੋਲੀ ਕਿਉਂਕਿ ਉਹ ਗੋਲੀ ਇਤਨੇ ਨਜ਼ਦੀਕ ਤੋਂ ਲੱਗੀ ਸੀ ਕਿ ਜਿਹੜੀ ਲੋਹੇ ਦੀ ਸੰਜੋਅ ਪਾਈ ਸੀ ਉਹਦੇ ਵਿੱਚੋਂ ਵੀ ਬੜੀ ਤੇਜ਼ੀ ਦੇ ਨਾਲ ਅੰਦਰ ਤੱਕ ਵਾਰ ਕਰਦੇ ਉਹਦੇ ਹਿੱਕ ਵਿੱਚ ਵੱਜੀਆਂ ਉਹ 2 ਗੋਲੀਆਂ ਦੱਸਦੀਆਂ ਨੇ ਕਿ ਉਹ ਡੋਗਰਿਆਂ ਦੀ ਸਿਆਸਤ ਸੀ ਜਿਹੜਾ ਕਿਸੇ ਆਪਣੇ ਨੇ ਬੜੇ ਨਜ਼ਦੀਕ ਤੋਂ ਗੋਲੀ ਮਾਰੀ ਹੈ ਉਹ ਦੂਰੋਂ ਗੋਲੀ ਨਹੀਂ ਸੀ ਵੱਜੀ ਹਰੀ ਸਿੰਘ ਨਲਵੇ ਨੂੰ ਗੋਲੀ ਵੱਜ ਗਈ ਤੇ ਵੇਖੋ ਜੋਧੇ ਸੂਰਬੀਰ ਸੂਰਮੇ ਇਹਨਾਂ ਦੀਆਂ ਵਾਰਾਂ ਅਸੀਂ ਸੱਥਾਂ ਦੇ ਉੱਤੇ ਗਾਉਂਦੇ ਆ ਇਹ ਮਰਦ ਅਗੰਮੜੇ ਜਿਵੇਂ ਬੜੇ ਪਿਆਰੇ ਬੋਲ ਵਿਧਾਤਾ ਸਿੰਘ ਤੀਰ ਨੇ ਲਿਖੇ ਨੇ ਉਹ ਕਹਿੰਦਾ ਹੁੰਦੇ ਕਦੇ ਮੌਤਾਜ ਨਹੀਂ ਦੀਵਿਆਂ ਦੇ ਹਰ ਮੱਸਿਆ ਉਹਨਾਂ ਦੀ ਚਾਨਣੀ ਏ ਹੁੰਦੇ ਕਦੇ ਮੌਤਾਜ ਨਹੀਂ ਦੀਵਿਆਂ ਦੇ ਹਰ ਮੱਸਿਆ ਉਹਨਾਂ ਦੀ ਚਾਨਣੀ ਏ ਜਿਸ ਕੌਮ ਦੇ ਪਤੰਗਿਆਂ ਨੇ ਸੇਜ ਸ਼ਮਾ ਦੀ ਲਾਟ ਤੇ ਮੰਨਣੀ ਹੈ ਉਹ ਗੁਰੂ ਗੋਬਿੰਦ ਸਿੰਘ ਦੇ ਇਹਨਾਂ ਪਤੰਗਿਆਂ ਨੂੰ ਤੇ ਸ਼ਮਾ ਦੇ ਉੱਤੇ ਸੜ ਮਰਨ ਦਾ ਸ਼ੌਂਕ ਹੈ ਸ਼ਹਾਦਤ ਦਾ ਸ਼ੌਂਕ ਹੈ
ਤੇ ਉਹ ਕਦੇ ਹਨੇਰੇ ਵਿੱਚ ਨਹੀਂ ਰਹਿ ਸਕਦੀ ਕੌਮ ਜਿਹਦੇ ਕੋਲ ਐਸੇ ਮਰਦ ਸੂਰਮੇ ਆਪਣੇ ਆਪ ਨੂੰ ਮਚਾ ਕੇ ਤੇ ਆਪਣੀ ਕੌਮ ਨੂੰ ਰੋਸ਼ਨੀ ਦੇਣ ਦਾ, ਪ੍ਰਕਾਸ਼ ਦੇਣ ਦਾ ਝੱਲ ਪੈਦਾ ਹੁੰਦਾ ਹੋਵੇ। ਗੁਰਮੁਖ ਪਿਆਰਿਓ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀਰਤਾ ਬਖਸ਼ ਦਿੱਤੀ। ਇਹਨੂੰ ਸਮਾਂ ਪਤਾ ਲੱਗ ਗਿਆ ਵੀ ਮੇਰਾ ਹੁਣ ਅੰਤਲਾ ਸਮਾਂ ਨੇੜੇ ਹੈ। ਨਿਧਾਨ ਸਿੰਘ ਪੰਜ ਹੱਥਾਂ ਨੂੰ ਨਾਲ ਲੈ ਕੇ ਆਪਣੇ ਘੋੜੇ ਨੂੰ ਕਹਿੰਦਾ, ਮਿੱਤਰਾ ਸਾਰੀ ਜ਼ਿੰਦਗੀ ਮੇਰਾ ਸਾਥ ਦਿੱਤਾ ਹੈ, ਹੁਣ ਇੱਕ ਆਖਰੀ ਸਾਥ ਦੇ ਦੇ, ਜਮਰੌਦ ਦੇ ਕਿਲੇ ਤੱਕ ਮੈਨੂੰ ਪਹੁੰਚਾ ਦੇ। ਮੈਨੂੰ ਸਮਾਂ ਉਹ ਨਜ਼ਦੀਕ ਨਜ਼ਰ ਆ ਰਿਹਾ ਹੈ ਜਿਸ ਵੇਲੇ ਮੈਂ ਸੰਸਾਰ ਤੋਂ ਖਾ ਕੇ ਸਪੁਰਦ ਹੋ ਕੇ ਦੁਨੀਆ ਤੋਂ ਕੂਚ ਕਰ ਜਾਣਾ ਹੈ। ਅੰਦਰ ਪਹੁੰਚਿਆ, ਜਮਰੌਦ ਦੇ ਕਿਲੇ ਦੇ ਵਿੱਚ ਸੰਜੋ ਲਾਈ ਗਈ, ਇਹਨੂੰ ਇੱਕ ਮੰਜੇ ਤੇ ਪਾਇਆ ਗਿਆ। ਸਾਰੇ ਜਰਨੈਲ ਇਕੱਠੇ ਹੋ ਗਏ ਨੇ। ਇੱਕੋ ਇੱਕ ਗੱਲ ਕਹਿੰਦਾ ਮੈਂ ਮਰ ਗਿਆ ਵਾਂ, ਮੇਰੇ ਦੁਸ਼ਮਣਾਂ ਨੂੰ ਇਸ ਗੱਲ ਦਾ ਪਤਾ ਨਾ ਚੱਲਣ ਦਿਓ। ਮੇਰੀ ਮੌਤ ਦਾ ਗਾਇਓ ਨਾ ਰਾਗ ਸਿੰਘੋ, ਤੇ ਕਹਿ ਦਿਓ ਸਰਕਾਰੇ ਖਾਲਸਾ ਨੂੰ ਜਾ ਕੇ ਕਿ ਦਰਬਾਰ ਦੇ ਵਿੱਚ ਮੇਰੇ ਮਰਨ ਦਾ ਸ਼ੋਕ ਪੱਤਰ ਨਾ ਪੜਿਆ ਜਾਵੇ। ਮੈਂ ਚਾਹੁੰਦਾ ਮੇਰੀ ਮੌਤ ਦਾ ਕੋਈ ਗਮ ਨਾ ਕਰੇ, ਮੇਰੀ ਮੌਤ ਦਾ ਕੋਈ ਸੋਗ ਸੰਦੇਸ਼ ਨਾ ਪੜੇ, ਮੇਰੀ ਮੌਤ ਤੇ ਕੋਈ ਹੰਝੂ ਨਾ ਵਹਾਏ। ਤੇ ਦਇਆ ਸਿੰਘ ਦਿਲਬਰ ਨੇ ਬੜੇ ਪਿਆਰੇ ਬੋਲ ਲਿਖੇ ਨੇ। ਉਹ ਕਹਿੰਦੇ, ਮਰਦੇ ਜੋ ਉਪਕਾਰ ਲਈ ਯੋਧੇ ਮਰਦਾਨੇ, ਦੁਨੀਆ ਪੜਦੀ ਉਹਨਾਂ ਦੇ ਘਰ ਘਰ ਫਸਾਨੇ, ਸਦਾ ਜਿਉਂਦੇ ਦਿਲਬਰਾ ਕੌਮੀ ਪਰਵਾਨੇ ਸਦਾ ਜਿਉਂਦੇ ਰਹਿੰਦੇ ਨੇ। ਇਹ ਮਰਦ ਸੂਰਮਾ ਜਮਰੌਦ ਦੇ ਕਿਲੇ ਦੇ ਵਿੱਚ ਇਸ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਿਆ। ਪਰ ਤਵਾਰੀਖ ਕਹਿੰਦੀ ਹੈ ਕਿ ਲਹਿੰਦੇ ਪੰਜਾਬ ਤੇ ਕਦੇ ਉਸ ਤੋਂ ਬਾਅਦ ਹਮਲਾ ਨਹੀਂ ਹੋ ਸਕਿਆ। ਜਦੋਂ ਹੋਇਆ ਚੜ੍ਹਦੇ ਪੰਜਾਬ ਤੇ ਹੋਇਆ, ਦਿੱਲੀ ਦੇ ਤਖਤ ਨੇ ਪੰਜਾਬ ਤੇ ਹਮਲਾ ਕੀਤਾ। ਕਦੇ ਲਹਿੰਦੇ ਪੰਜਾਬ ਵੱਲੋਂ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਜਮਰੌਦ ਦੇ ਕਿਲੇ ਤੋਂ ਬਾਅਦ ਹਰੀ ਸਿੰਘ ਨਲਵੇ ਦੀ ਸ਼ਹਾਦਤ ਤੋਂ ਬਾਅਦ ਕੋਈ ਇਧਰਲੇ ਪਾਸੇ ਅੱਖ ਕੈੜੀ ਕਰ ਸਕੇ। ਸੋ ਗੁਰਮੁਖ ਪਿਆਰਿਓ, ਇਹ ਤਵਾਰੀਖ ਦੇ ਇਤਿਹਾਸ ਦੇ ਪੰਨਿਆਂ ਦੀ ਉਸ ਸੂਰਬੀਰ ਯੋਧੇ ਦੀ ਗਾਥਾ ਸੀ। ਇਤਿਹਾਸ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਹੋ ਗਈਆਂ ਹੋਣਗੀਆਂ। ਸਾਹਿਬ ਅਤੇ ਸਾਹਿਬਾਂ ਦੀ ਸੰਗਤ ਬਖਸ਼ਣੇ ਹੋ ਗਏ, ਬਖਸ਼ ਲੈਣਾ ਜੀ। ਆਓ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਰਾਮਕਲੀ ਰਾਗ ਦਾ ਆਨੰਦ ਸਾਹਿਬ ਪੜ੍ਹ ਕੇ ਸਮਾਪਤੀ ਕਰ ਦੇਵਾਂਗੇ। रामकली महला तीजा, आनंद एक ओंकार सतगुर प्रसाद, आनंद पिया मेरी माँ